ਨਹੀਂ, ਇਹਦੇ ਲਈ ਤਾਂ ਸਮਝੋ ਮੇਰੀ ਨਾ ਹੀ ਹੈ। ਨਹੀਂ, ਜਿਵੇਂ ਕਿ ਸਵਰਗ ਤੇ ਨਰਕ ਹੁੰਦਾ ਹੈ, ਮੈਨੂੰ ਵਾਕਈ ਨਹੀਂ ਪਤਾ ਇਸ ਦੇ ਬਾਰੇ ਜ਼ਿਆਦਾ। ਮੈਂ ਨਕਾਰਾਤਮਕ ਸ਼ਕਤੀਆਂ ਤੇ ਯਕੀਨ ਕਰਦੀ ਹਾਂ, ਪਰ ਮੈਂ ਸ਼ੈਤਾਨ ਨਾਂ ਦੀ ਚੀਜ਼ ਤੇ ਵੀ ਯਕੀਨ ਨਹੀਂ ਕਰਦੀ। ਮੇਰਾ ਕਰਮ 'ਚ ਯਕੀਨ ਹੈ। ਮੇਰਾ ਮੰਨਣਾ ਹੈ ਕਿ ਜੋ ਬੰਦਾ ਬੁਰੇ ਕਰਮ ਕਰਦਾ ਹੈ ਉਸ ਦਾ ਨਤੀਜਾ ਜ਼ਰੂਰ ਭੁਗਤੇਗਾ। ਮੈਨੂੰ ਲੱਗਦਾ ਹੈ ਹਰ ਬੰਦਾ ਚੰਗੇ ਤੇ ਬੁਰੇ ਦੋਨੋਂ ਕੰਮ ਕਰ ਸਕਦਾ ਹੈ, ਪਰ ਚੋਣ ਤੁਹਾਨੂੰ ਕਰਨੀ ਹੁੰਦੀ ਹੈ। ਜੇ ਕੋਈ ਚੰਗਿਆਈ ਦੀ ਸ਼ਕਤੀ ਹੈ ਤੇ ਜੇ ਮੈਂ ਚੰਗਿਆਈ 'ਚ ਵਿਸ਼ਵਾਸ ਕਰ ਸਕਦੀ ਹਾਂ, ਤਾਂ ਮੇਰੇ ਵਿਚਾਰ ਨਾਲ ਮੇਰਾ ਭਰੋਸਾ ਜਿੰਨਾ ਚੰਗਿਆਈ 'ਚ ਹੋਵੇਗਾ ਓਨਾ ਹੀ ਬੁਰਾਈ 'ਚ ਵੀ। ਨਹੀਂ, ਖਾਸ ਨਹੀਂ, ਪਰ ਮੈਨੂੰ ਰਾਖਸ਼ਾਂ ਤੇ ਵਿਸ਼ਵਾਸ ਹੈ। ਮੈਨੂੰ ਇੰਜ ਕਿਉਂ ਲੱਗਦਾ ਹੈ ਕਿ ਬੁਰੀਆਂ ਚੀਜ਼ਾਂ ਹੁੰਦੀਆਂ ਨਹੀਂ? ਓ ਮਾਈ ਗॉड, ਇਹ ਬਸ ਕਿਸਮਤ ਦੀ ਗੱਲ ਹੈ, ਸਭ ਆਪਣੇ ਆਪ ਹੋ ਜਾਂਦਾ ਹੈ। ਅਸੀਂ ਇੱਕ ਨਾਮੁਕੰਮਲ ਸੰਸਾਰ ਵਿੱਚ ਰਹਿੰਦੇ ਹਾਂ ਤਾਂ ਇਹ ਬਸ ਖਰਾਬ ਕਿਸਮਤ ਹੈ। ਮੇਰਾ ਮੰਨਣਾ ਹੈ ਕਿ ਇਹ ਕੁਦਰਤ ਦਾ ਨਿਯਮ ਹੈ, ਕਿਉਂਕਿ ਜੇ ਸਾਡੇ ਕੋਲ ਚੰਗੀ ਕਿਸਮਤ ਹੈ ਤਾਂ ਬੇਸ਼ੱਕ ਬੁਰੀ ਕਿਸਮਤ ਵੀ ਹੈ। ਮੈਂ ਬਰੂਸ ਨਾਮ ਦੇ ਇੱਕ ਬੰਦੇ ਨੂੰ ਜਾਣਦਾ ਹਾਂ ਜੋ ਅਲਫਾ 'ਚ ਆਇਆ। ਉਹ ਬਹੁਤ ਸਮਝਦਾਰ ਸੀ ਤੇ ਬਹੁਤ ਵਹਿਮੀ ਵੀ ਸੀ। ਉਹ ਨਾਸਤਿਕ ਸੀ ਕਿ ਉਹਨੂੰ ਕਿਸੇ ਤੇ ਵਿਸ਼ਵਾਸ ਹੀ ਨਹੀਂ ਸੀ ਜਦ ਤੱਕ ਉਹਨੇ ਹਾਊ ਕੈਨ ਆਈ ਰੈਜ਼ਿਸਟ ਈਵਲ ਨਹੀਂ ਸੁਣਿਆ। ਇਹਦੀ ਸਮਾਪਤੀ ਤੇ ਉਹਨੇ ਕਿਹਾ, ਮੈਂ ਇੱਕ ਵਕੀਲ ਹਾਂ ਤੇ ਇਹਦੀ ਪ੍ਰੈਕਟਿਸ ਕਰਨ ਦੇ ਦੌਰਾਨ ਮੈਂ ਬਹੁਤ ਬੁਰਾਈਆਂ ਵੇਖੀਆਂ ਤੇ ਮੈਂ ਹਮੇਸ਼ਾ ਬੁਰਾਈ ਦੀ ਤਾਕਤ ਤੇ ਵਿਸ਼ਵਾਸ ਕੀਤਾ ਸੀ। ਪਰ ਹੁਣ ਮੈਨੂੰ ਮਹਿਸੂਸ ਹੋਇਆ ਕਿ ਜੇ ਬੁਰਾਈ 'ਚ ਤਾਕਤ ਹੈ ਤਾਂ ਇਹੀ ਦਲੀਲ ਵਿਸ਼ਵਾਸ ਦਿਵਾਉਂਦੀ ਹੈ ਕਿ ਚੰਗਾਈ ਦੀ ਤਾਕਤ ਵੀ ਹੈ। ਕੁਝ ਬੰਦਿਆਂ ਨੂੰ ਬੁਰਾਈ ਅਤੇ ਸ਼ੈਤਾਨ ਤੇ ਵਿਸ਼ਵਾਸ ਕਰਨਾ ਬਹੁਤ ਆਸਾਨ ਲੱਗਦਾ ਹੈ। ਵਿਲੀਅਮ ਪੀਟਰ ਬਲੈਟੀ ਜਿਨ੍ਹਾਂ ਨੇ ਦ ਐਕਸੋਰਸਿਸਟ ਦੀ ਕਹਾਣੀ ਲਿਖੀ ਸੀ, ਕਿਹਾ ਜਿੱਥੇ ਤੱਕ ਰੱਬ ਦੀ ਗੱਲ ਹੈ ਮੈਂ ਇੱਕ ਅਵਿਸ਼ਵਾਸੀ ਹਾਂ, ਪਰ ਸ਼ੈਤਾਨ ਦਾ ਸਵਾਲ ਆਂਦਾ ਹੈ ਤਾਂ ਉਹ ਕੁਝ ਹੋਰ ਹੈ। ਸ਼ੈਤਾਨ ਪ੍ਰਚਾਰ ਕਰਦਾ ਰਹਿੰਦਾ ਹੈ। ਬਿਲਕੁਲ, ਦੂਤ ਪੌਲ ਬੁਰਾਈ ਦੀ ਅਧਿਆਤਮਕ ਤਾਕਤ ਦੇ ਬਾਰੇ 'ਚ ਕਹਿੰਦੇ ਹਨ ਜੋ ਅੱਜ ਸੰਸਾਰ 'ਚ ਕੰਮ ਕਰ ਰਹੇ ਹਨ। ਤੇ ਨਵੇਂ ਉਪਦੇਸ਼ਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਜਿਵੇਂ ਚੰਗਿਆਈ ਦੇ ਪਿੱਛੇ ਖੁਦ ਪਰਮੇਸ਼ਰ ਹਨ, ਤਾਂ ਉਸ ਤਰ੍ਹਾਂ ਹੀ ਬੁਰਾਈ ਦੇ ਪਿੱਛੇ ਵੀ ਸ਼ੈਤਾਨ ਹੈ। ਹੁਣ ਸ਼ਾਇਦ ਇਹ ਸੁਣਨਾ ਥੋੜਾ ਮੁਸ਼ਕਲ ਲੱਗੇ, ਪਰ ਕੁਝ ਦੇ ਲਈ ਸ਼ੈਤਾਨ 'ਚ ਵਿਸ਼ਵਾਸ ਕਰਨਾ ਸੌਖਾ ਹੈ ਬਜਾਏ ਪਰਮੇਸ਼ਰ 'ਚ ਵਿਸ਼ਵਾਸ ਕਰਨ ਦੇ। ਮੈਂ ਇੱਕ ਅਵਿਸ਼ਵਾਸੀ ਸਾਂ। ਮੈਨੂੰ ਇਹ ਮੰਨਣ 'ਚ ਮੁਸ਼ਕਿਲ ਹੋਈ ਸੀ ਕਿ ਪਰਮੇਸ਼ਵਰ ਦਾ ਅਸਤਿਤਵ ਹੈ। ਮੈਂ ਇੱਕ ਈਸਾਈ ਬਣ ਗਿਆ, ਮੈਨੂੰ ਪਰਮੇਸ਼ਵਰ 'ਚ ਵਿਸ਼ਵਾਸ ਹੋਇਆ। ਪਰ ਤਾਂ ਕਿਸੇ ਨੇ ਮੈਨੂੰ ਕਿਹਾ ਕਿ ਸ਼ੈਤਾਨ ਹੁੰਦਾ ਹੈ ਅਤੇ ਮੈਂ ਸੋਚਿਆ ਕਮ ਔਨ, ਸਹੀ ਵਿਸ਼ਵਾਸ ਕਰਨਾ ਬਹੁਤ ਮੁਸ਼ਕਿਲ ਹੈ। ਪਰਮੇਸ਼ਵਰ ਹੈ, ਵਿਸ਼ਵਾਸ ਕਰਨਾ ਛੱਡੋ ਕਿ ਕੋਈ ਸ਼ੈਤਾਨ ਹੁੰਦਾ ਹੈ। ਪਰੇਸ਼ਾਨੀ ਦੀ ਗੱਲ ਸੀ ਕਿ ਮੇਰੀ ਕਲਪਨਾ ਝੂਠੀ ਸੀ। ਪਰਮੇਸ਼ਵਰ ਦੇ ਅਤੇ ਸ਼ੈਤਾਨ ਦੇ ਬਾਰੇ 'ਚ ਮੇਰੇ ਮਨ 'ਚ ਪਰਮੇਸ਼ਵਰ ਦੀ ਤਸਵੀਰ ਇੱਕ ਬੁੱਢੇ ਆਦਮੀ ਦੀ ਸੀ ਜਿਹਦੀ ਦਾੜੀ ਹੈ, ਜੋ ਬਦਲਾਂ ਤੇ ਬੈਠੇ ਨੇ। ਉਵੇਂ ਇੱਕ ਝੂਠੀ ਤਸਵੀਰ ਸ਼ੈਤਾਨ ਦੀ ਵੀ ਸੀ। ਮੈਂ ਸੋਚਦਾ ਸਾਂ ਸ਼ੈਤਾਨ ਦੇ ਸਿੰਘ ਹੁੰਦੇ ਹਨ, ਇੱਕ ਪੂਛੜ, ਤਿੱਖੇ ਨੌਂ ਅਤੇ ਇੱਕ ਭਾਲਾ ਹੁੰਦਾ। ਬੇਸ਼ੱਕ ਦੋਵੇਂ ਹੀ ਤਸਵੀਰਾਂ ਪਰਮੇਸ਼ਵਰ ਦੇ ਬਾਰੇ ਅਤੇ ਸ਼ੈਤਾਨ ਦੇ ਬਾਰੇ 'ਚ ਅਵਿਸ਼ਵਾਸਯੋਗ ਸਨ। ਨਵੇਂ ਉਪਦੇਸ਼ਕ ਇੱਕ ਤ੍ਰਿਪੱਖੀ ਸੰਬੰਧ ਦੇ ਬਾਰੇ 'ਚ ਗੱਲ ਕਰਦੇ ਨੇ, ਜਿਵੇਂ ਕਿ ਸੰਸਾਰ, ਦੇਹ ਅਤੇ ਸ਼ੈਤਾਨ ਸੰਸਾਰਿਕ ਦੁਸ਼ਮਣ ਸਾਡੇ ਚਾਰੇ ਪਾਸੇ ਹਨ। ਇਹਦੀਆਂ ਸਮਸਤ ਬੁਰਾਈਆਂ ਸਾਡੇ ਆਲੇ ਦੁਆਲੇ ਹਨ। ਜਿਨ੍ਹਾਂ ਨੇ ਸੰਸਾਰ ਨੂੰ ਪਰਮੇਸ਼ਵਰ ਤੋਂ ਦੂਰ ਕਰ ਦਿੱਤਾ, ਜਿਸਮਾਨੀ ਦੁਸ਼ਮਣ ਸਾਡੇ ਅੰਦਰ ਹੈ। ਦੇਹ ਸਰੀਰ ਨਹੀਂ ਹੈ, ਸਰੀਰਕ ਬੁਰਾਈ ਵਰਗਾ ਕੁਝ ਨਹੀਂ ਹੈ। ਇਹ ਤਾਂ ਬੁਰੀਆਂ ਇੱਛਾਵਾਂ ਹਨ ਜੋ ਸਾਡੇ ਅੰਦਰੋਂ ਆਉਂਦੀਆਂ ਹਨ। ਤੇ ਸ਼ੈਤਾਨ ਸਭ ਤੋਂ ਵੱਡਾ ਦੁਸ਼ਮਣ ਹੈ। ਯੀਸ਼ੂ ਨੇ ਸਪਸ਼ਟ ਰੂਪ ਵਿੱਚ ਸ਼ੈਤਾਨ ਦੇ ਅਸਤਿਤਵ ਨੂੰ ਮੰਨਿਆ ਸੀ। ਉਹਨਾਂ ਨੇ ਆਪਣੀ ਪ੍ਰਾਰਥਨਾ ਦੇ ਨਿਯਮਾਂ ਨੂੰ ਸਿਖਾਇਆ ਸੀ। ਬੁਰਾਈ ਤੋਂ ਸਾਡਾ ਉਦਾਰ ਕੀਤਾ ਗਿਆ ਸੀ। ਯੀਸ਼ੂ ਖੁਦ ਸ਼ੈਤਾਨ ਦੁਆਰਾ ਪ੍ਰਲੋਭਿਤ ਕੀਤੇ ਗਏ ਸਨ। ਤਾਂ ਧਰਮ ਸ਼ਾਸਤਰ ਸ਼ੈਤਾਨ ਦੇ ਅਸਤਿਤਵ ਦੀ ਗੱਲ ਕਰਦੇ ਹਨ। ਰੂੜੀਵਾਦੀ ਵੀ ਪੁਰਾਣੀ ਪੀੜ੍ਹੀ ਦੇ ਈਸਾਈ ਹਮੇਸ਼ਾ ਬੁਰਾਈ ਦੀ ਅਧਿਆਤਮਿਕ ਸ਼ਕਤੀ 'ਚ ਵਿਸ਼ਵਾਸ ਕਰਦੇ ਹਨ। ਤੇ ਸ਼ਾਇਦ ਤੁਸੀਂ ਇਸ ਨੂੰ ਮਹਿਸੂਸ ਕੀਤਾ ਹੋਵੇ, ਖਾਸ ਕਰ ਜੇ ਤੁਹਾਨੂੰ ਪਵਿੱਤਰ ਆਤਮਾ ਦਾ ਸ਼ਕਤੀਸ਼ਾਲੀ ਤਜਰਬਾ ਹੋਇਆ ਹੋਵੇ। ਤੁਹਾਨੂੰ ਅਚਾਨਕ ਮਹਿਸੂਸ ਹੋਵੇ ਜਿਵੇਂ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਖਿਲਾਫ ਹੋ ਰਹੀਆਂ ਹੋਣ। ਪ੍ਰਲੋਭਨ ਜਿਸ ਦੇ ਬਾਰੇ ਤੁਸੀਂ ਪਹਿਲਾਂ ਨਹੀਂ ਸੀ ਜਾਣਦੇ। ਇਸ ਵਿੱਚ ਵਿਵਹਾਰਿਕ ਗਿਆਨ ਵੀ ਹੈ। ਅਸੀਂ ਸੰਸਾਰ ਦੀ ਇੰਨੀ ਬੁਰਾਈ ਦੀ ਵਿਆਖਿਆ ਕਿਵੇਂ ਕਰਾਂਗੇ? ਅਸੀਂ ਅਜਿਹੇ ਸੰਸਾਰ 'ਚ ਰਹਿੰਦੇ ਹਾਂ ਜਿੱਥੇ ਬੁਰੀਆਂ ਚੀਜ਼ਾਂ ਹੁੰਦੀਆਂ ਹੀ ਰਹਿੰਦੀਆਂ ਹਨ। ਲੈਫਟੀਨੈਂਟ ਜਨਰਲ ਰੋਮੀਓ ਡਲੇਅਰ ਰਵਾਂਡਾ ਵਿੱਚ UN ਸ਼ਾਂਤੀ ਸਥਾਪਨਾ ਫੋਰਸ 'ਚ ਭਾਗੀਦਾਰ ਸਨ ਤੇ ਉਹਨਾਂ ਨੇ 1944 'ਚ ਉੱਥੇ ਹੋਏ ਨਰਸੰਹਾਰ ਨੂੰ ਵੇਖਿਆ ਸੀ, ਕਿਉਂਕਿ ਉਹਨਾਂ ਦੇ ਕੋਲ ਬਸ ਕੁਝ ਹੀ ਆਫੀਸਰ ਸਨ, ਸੋ ਉਹਨੂੰ ਰੋਕਣ ਵਿੱਚ ਅਸਮਰਥ ਸਨ। ਬਾਅਦ 'ਚ ਉਹਨਾਂ ਨੇ ਇੱਕ ਕਿਤਾਬ ਲਿਖੀ, ਸ਼ੇਕ ਹੈਂਡ ਵਿਦ ਦ ਡੈਵਲ। ਉਹਨਾਂ ਨੇ ਉਹਦੇ 'ਚ ਲਿਖਿਆ ਸੀ, ਮੈਂ ਜਾਣਦਾ ਹਾਂ ਕਿ ਪਰਮੇਸ਼ਵਰ ਹੈ, ਕਿਉਂਕਿ ਰਵਾਂਡਾ 'ਚ ਮੈਂ ਸ਼ੈਤਾਨ ਨਾਲ ਹੱਥ ਮਿਲਾਇਆ ਸੀ। ਮੈਂ ਉਹਨੂੰ ਵੇਖਿਆ ਸੀ, ਮੈਂ ਉਹਨੂੰ ਸੂੰਘਿਆ ਸੀ, ਮੈਂ ਉਹਨੂੰ ਸਪਰਸ਼ ਕੀਤਾ ਸੀ। ਮੈਂ ਜਾਣਦਾ ਕਿ ਸ਼ੈਤਾਨ ਦੀ ਮੌਜੂਦਗੀ ਹੈ ਅਤੇ ਇਸੇ ਕਰਕੇ ਮੈਂ ਜਾਣਦਾ ਕਿ ਇੱਕ ਪਰਮੇਸ਼ਵਰ ਵੀ ਹੈ। ਦੋ ਤਰ੍ਹਾਂ ਦੇ ਇੱਕੋ ਜਿਹੇ ਤੇ ਉਲਟ ਖਤਰੇ ਹੁੰਦੇ ਹਨ ਜਦੋਂ ਅਸੀਂ ਬੁਰਾਈ ਦੇ ਬਾਰੇ ਸੋਚਦੇ ਹਾਂ। ਪਹਿਲਾ ਖਤਰਾ ਹੈ ਪੂਰਨ ਅਵਿਸ਼ਵਾਸ ਅਤੇ ਦੂਜਾ ਹੈ ਸ਼ਕਤੀਆਂ 'ਚ ਕਮਜ਼ੋਰ ਅਤੇ ਵੱਧ ਦਿਲਚਸਪੀ ਲੈਣਾ ਅਤੇ ਬੁਰਾਈ ਦੀ ਸਾਧਨਾ ਕਰਨਾ, ਜਿਵੇਂ ਓਝਾ ਬੋਰਡਸ, ਟੈਰੋ ਕਾਰਡਸ, ਰਾਸ਼ੀ ਫਲ, ਹੱਥ ਦੀਆਂ ਲਕੀਰਾਂ ਪੜ੍ਹਨਾ ਵਗੈਰਾ। ਜੋ ਲੋਕੀ ਅਧਿਆਤਮਕ ਖੋਜ ਕਰਦੇ ਹਨ ਉਹ ਅਕਸਰ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਨ। ਇਹ ਮਾਫੀ ਦੇ ਕਾਬਲ ਦੋਸ਼ ਨਹੀਂ ਹੈ, ਪਰ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਇਸ ਨੂੰ ਛੱਡ ਦਿਓ। ਇਸ ਦਾ ਪ੍ਰਾਇਸ਼ਚਿਤ ਕਰੋ
ਕਿਸੇ ਵੀ ਕਿਤਾਬ ਜਾਂ ਚੀਜ਼ ਤੋਂ ਆਪਣੇ ਜੀਵਨ 'ਚ ਛੁਟਕਾਰਾ ਪਾਓ ਜੋ ਇਸ ਨਾਲ ਜੁੜਿਆ ਹੋਵੇ, ਕਿਉਂਕਿ ਸਾਨੂੰ ਇਹਨਾਂ ਸਭ ਚੀਜ਼ਾਂ 'ਚ ਦਿਲਚਸਪੀ ਲੈਣ ਦੀ ਲੋੜ ਨਹੀਂ ਹੈ। ਬਿਲਕੁਲ, ਸ਼ੈਤਾਨ ਤੁਹਾਡੇ ਜੀਵਨ ਨੂੰ ਨਸ਼ਟ ਕਰਨਾ ਚਾਹੁੰਦਾ ਹੈ। ਯੀਸ਼ੂ ਨੇ ਸ਼ੈਤਾਨ ਦੀ ਵਿਆਖਿਆ ਇੱਕ ਚੋਰ ਦੇ ਰੂਪ 'ਚ ਕੀਤੀ ਸੀ ਜੋ ਸਾਨੂੰ ਲੁੱਟਣਾ ਚਾਹੁੰਦਾ ਹੈ। ਚੋਰ ਸਿਰਫ ਚੋਰੀ ਕਰਨ ਅਤੇ ਘਾਤ ਕਰਨ ਤੇ ਨਾਸ਼ ਕਰਨ ਲਈ ਆਉਂਦਾ ਹੈ। ਇਹੀ ਉਸ ਦਾ ਇੱਕੋ ਇੱਕ ਮਕਸਦ ਹੈ। ਇਹ ਉਸ ਦੇ ਇੱਕਦਮ ਉਲਟ ਹੈ ਜੋ ਯੀਸ਼ੂ ਤੁਹਾਡੇ ਜੀਵਨ ਦੇ ਲਈ ਚਾਹੁੰਦੇ ਹਨ। ਯੀਸ਼ੂ ਤੁਹਾਨੂੰ ਪ੍ਰੇਮ ਕਰਦੇ ਹਨ। ਉਹਨਾਂ ਨੇ ਕਿਹਾ ਸੀ, ਮੈਂ ਇੱਥੇ ਇਸ ਲਈ ਆਇਆ ਕਿ ਉਹ ਜੀਵਨ ਪਾਉਣ ਅਤੇ ਬਹੁਤ ਪਾਉਣ। ਇਹੀ ਪਰਮੇਸ਼ਰ ਤੁਹਾਡੇ ਲਈ ਚਾਹੁੰਦੇ ਹਨ, ਜੀਵਨ ਦੀ ਪਰਿਪੂਰਨਤਾ। ਸ਼ੈਤਾਨ ਦਾ ਮਕਸਦ ਤੁਹਾਨੂੰ ਤਬਾਹ ਕਰਨਾ ਹੈ ਤੇ ਉਹ ਚਲਾਕ ਜੁਗਤਾਂ ਦਾ ਇਸਤੇਮਾਲ ਕਰਦਾ ਹੈ। ਸ਼ੁਰੂ 'ਚ ਕਦੇ ਪਤਾ ਵੀ ਨਹੀਂ ਚੱਲਦਾ ਕਿ ਉਹ ਤੁਹਾਨੂੰ ਕਿੱਥੇ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੇਰੇ ਤੇ ਹੱਤਿਆ ਦਾ ਆਰੋਪ ਲਗਾਇਆ ਸੀ ਜਦ ਮੈਂ 15 ਸਾਲ ਦਾ ਸੀ। 16 ਸਾਲ ਦੀ ਉਮਰ 'ਚ ਮੈਂ ਜੇਲ੍ਹ ਚਲਾ ਗਿਆ ਅਤੇ ਮੈਂ ਮੈਡੋਮੈਸਲੀ ਨਾਂ ਦੇ ਇੱਕ ਡਿਟੈਂਸ਼ਨ ਸੈਂਟਰ 'ਚ ਗਿਆ ਤੇ ਉੱਥੇ ਬਹੁਤ ਸਖਤੀਆਂ ਸੀ। ਉਸ ਜਗ੍ਹਾ ਮੈਨੂੰ ਦੱਸਿਆ ਗਿਆ ਸੀ ਮੈਂ ਕੀ ਕਰਨਾ ਹੈ ਅਤੇ ਮੈਂ ਨਹੀਂ ਕਰਦਾ ਸੀ। ਮੈਂ ਅਧਿਕਾਰੀਆਂ ਦੇ ਖਿਲਾਫ ਸੀ। ਮੈਨੂੰ ਉੱਥੇ ਬਹੁਤ ਸ਼ਾਰੀਰਿਕ ਤਾੜਨਾ ਮਿਲਦੀ ਸੀ। ਮੈਨੂੰ ਉੱਥੇ ਕਈ ਵਾਰ ਇਕੱਲੇ ਰਹਿਣ ਵਾਲੀ ਜੇਲ੍ਹ 'ਚ ਰੱਖਿਆ ਗਿਆ। ਮੈਂ ਕੁਝ ਵੀ ਕਰ ਪਾਉਂਦਾ ਸੀ। ਮੈਂ ਸਹੀ ਸੋਚਣਾ। ਸੋ ਜਦ ਮੈਂ ਇੱਥੋਂ ਬਾਹਰ ਨਿਕਲਿਆ ਮੈਂ ਪਹਿਲੇ ਦੇ ਮੁਕਾਬਲੇ ਹੋਰ ਗੁੱਸੈਲ ਸੀ। ਮੇਰੀ ਮਾਂ ਦੇ ਲਈ ਮੈਂ ਇੱਕ ਸ਼ਰਮਿੰਦਗੀ ਸੀ। ਉਸਨੇ ਕਿਹਾ, ਤੁਸੀਂ ਸ਼ੈਤਾਨ ਦੇ ਪੁੱਤਰ ਹੋ, ਤੁਸੀਂ ਬੁਰੇ ਹੋ, ਤੁਸੀਂ ਆਪਣੇ ਪਿਤਾ ਨਾਲੋਂ ਵੀ ਵੱਧ ਬੁਰੇ ਹੋ। ਹੁਣ ਉਹ ਮੇਰੇ ਲਈ ਬਹੁਤ ਬੁਰਾ ਸੀ ਕਿਉਂਕਿ ਮੇਰੇ ਪਿਤਾ ਮੇਰੀ ਮਾਂ ਨੂੰ ਮਾਰਦੇ ਕੁੱਟਦੇ ਸੀ, ਉਹਦੇ ਨਾਲ ਜ਼ੋਰ ਜ਼ਬਰਦਸਤੀ ਕਰਦੇ ਸੀ। ਉਹਦਾ ਇਹ ਵਰਨਾ ਕਿ ਮੈਂ ਆਪਣੇ ਪਿਤਾ ਨਾਲੋਂ ਵੀ ਬੁਰਾ ਸੀ ਕਿ ਮੈਂ ਪਿਸ਼ਾਚ ਦਾ ਪੁੱਤਰ ਸੀ, ਤਾਂ ਮੈਨੂੰ ਵਾਕਈ ਕ੍ਰੋਧ ਆ ਗਿਆ। ਇਸ ਲਈ ਮੇਰਾ ਅਗਲਾ ਕਦਮ ਸੀ ਇੱਕ ਫੁੱਟਬਾਲ ਦਾ ਗੁੰਡਾ ਬਣਨਾ। ਮੇਰੇ ਪੂਰੇ ਚਿਹਰੇ ਤੇ ਕੱਟ ਦਿੱਤਾ ਸੀ, ਮੇਰੀ ਛੋਟੀ ਉਂਗਲੀ ਕੱਟ ਦਿੱਤੀ ਸੀ, ਮੇਰੇ ਬਾਹਾਂ ਤੇ ਹੱਤਿਆ 'ਚ 4 ਵਾਰ ਚੂਰਾ ਘੋਪਿਆ ਗਿਆ ਸੀ, ਮੇਰੇ ਦੋਨੋਂ ਅੱਖਾਂ 'ਚ ਬੋਤਲ ਪਾਈ, ਮੇਰੇ ਅੱਗੇ ਦੇ ਦੰਦ ਛੱਡ ਦਿੱਤੇ, ਮੇਰੇ ਦੋਨੋਂ ਬੋਡੀਆਂ ਤੋਂ ਮੇਰੇ ਹੱਤਿਆਂ ਨੂੰ ਕੱਟ ਦਿੱਤਾ ਸੀ। ਮੈਨੂੰ ਲੜਨਾ ਪਸੰਦ ਸੀ। ਜੋ ਕੰਮ ਮੈਂ ਕੀਤੀ ਸੀ ਮੈਂ ਵਾਕਈ ਨਹੀਂ ਦੱਸ ਸਕਦਾ, ਪਰ ਮੈਂ ਬਹੁਤਾ ਇਹ ਜ਼ਿਆਦਾ ਬੁਰੇ ਕੰਮ ਕੀਤੇ ਸੀ। ਮੈਂ ਬੁਰਾ ਸੀ, ਮੈਂ ਸਰਾਸਰ ਬੁਰਾ ਸੀ। ਮੈਨੂੰ ਸ਼ਰਮਿੰਦਗੀ ਹੈ, ਮੈਂ ਬਹੁਤ ਬੁਰਾ ਸੀ, ਮੈਂ ਬਹੁਤ ਹੀ ਬੁਰਾ ਸੀ। ਸ਼ੈਤਾਨ ਸਾਨੂੰ ਵਿਨਾਸ਼ ਦੇ ਰਸਤੇ ਤੇ ਚਲਾਉਣ ਦੀ ਅਗਵਾਈ ਕਰਨਾ ਚਾਹੁੰਦਾ ਹੈ। ਤਾਂ ਸ਼ੈਤਾਨ ਦੇ ਇਹ ਦਾਅ ਪੇਚ ਕੀ ਹਨ? ਸਭ ਤੋਂ ਪਹਿਲਾ ਹੈ ਸ਼ੱਕ। ਜੀਵਨ ਦੀਆਂ ਸਭ ਤੋਂ ਮਹੱਤਵਪੂਰਨ ਚੀਜ਼ਾਂ ਦੇ ਲਈ ਜ਼ਰੂਰੀ ਹੈ ਵਿਸ਼ਵਾਸ, ਤੇ ਇਸ ਲਈ ਉਹ ਸ਼ੱਕ ਕਰਦੇ ਹਨ। ਤੇ ਸ਼ੈਤਾਨ ਸਾਨੂੰ ਸਾਡੇ ਵਿਸ਼ਵਾਸ ਤੇ ਸ਼ੱਕ ਕਰਾਉਣਾ ਚਾਹੁੰਦਾ ਹੈ ਤੇ ਸਾਡੇ ਸ਼ੱਕਾਂ ਤੇ ਵਿਸ਼ਵਾਸ। ਪਰ ਪਰਮੇਸ਼ਰ ਸਾਡੇ ਸ਼ੱਕ ਤੇ ਸ਼ੱਕ ਅਤੇ ਵਿਸ਼ਵਾਸ ਤੇ ਵਿਸ਼ਵਾਸ ਕਰਾਉਣਾ ਚਾਹੁੰਦੇ ਹਨ। ਸ਼ੈਤਾਨ ਝੂਠ ਬੋਲਦਾ ਹੈ ਅਤੇ ਸ਼ੱਕ ਦਾ ਕਾਰਨ ਬਣਦਾ ਹੈ ਕਿ ਅਸੀਂ ਕੌਣ ਹਾਂ ਅਤੇ ਪਰਮੇਸ਼ਰ ਕੌਣ ਹੈ। ਯਿਸੂ ਨੇ ਸ਼ੈਤਾਨ ਨੂੰ ਇੱਕ ਮਿੱਥਿਆਵਾਦੀ ਦੇ ਰੂਪ 'ਚ ਪਰਿਭਾਸ਼ਿਤ ਕੀਤਾ ਅਤੇ ਝੂਠਾਂ ਦੇ ਪਿਓ ਦੇ ਤੌਰ ਤੇ। ਆਦਮ ਦੇ ਬਗੀਚੇ 'ਚ ਉਤਪੱਤੀ ਦੇ ਸ਼ੁਰੂਆਤੀ ਅਧਿਆਵਾਂ 'ਚ ਜਿਹੜਾ ਕਿ ਇੱਕ ਦੱਸਦਾ ਹੈ ਕਿ ਬੁਰਾਈ ਕਿਵੇਂ ਕੰਮ ਕਰਦੀ ਹੈ, ਸ਼ੈਤਾਨ ਦਾ ਇੱਕ ਧੂਰਤ ਦੇ ਸੰਦਰਭ 'ਚ ਵਰਣਨ ਕੀਤਾ ਗਿਆ ਸੀ, ਜਿਸ ਦੀ ਮਾਨਵਤਾ ਦੇ ਲਈ ਆਰੰਭਕ ਲੈਣ ਹੈ ਕਿ ਪਰਮੇਸ਼ਰ ਨੇ ਵਾਕਈ ਕਿਹਾ। ਉਹ ਪਰਮੇਸ਼ਰ ਦੇ ਸ਼ਬਦਾਂ ਤੇ ਸੰਸ਼ਾ ਪੈਦਾ ਕਰਦਾ ਹੈ। ਹਾਂ, ਜਦਕਿ ਯੀਸ਼ੂ ਦੇ ਨਾਲ ਇਹ ਪੂਰੀ ਤਰ੍ਹਾਂ ਸਪਸ਼ਟ ਹੈ। ਯਰਦਨ ਨਦੀ 'ਚ ਉਹਨਾਂ ਦੇ ਬਪਤਿਸਮਾ ਤੇ ਸਵਰਗ ਤੋਂ ਇਹ ਆਕਾਸ਼ਵਾਣੀ ਹੋਈ। ਉਹਨਾਂ ਕਿਹਾ, ਇਹ ਮੇਰਾ ਪੁੱਤਰ ਹੈ ਜਿਸ ਨੂੰ ਮੈਂ ਪ੍ਰੇਮ ਕਰਦਾ, ਜਿਸ ਉੱਤੇ ਮੈਂ ਬਹੁਤ ਜ਼ਿਆਦਾ ਪ੍ਰਸੰਨ ਹਾਂ। ਤੇ ਇਹ ਤੁਰੰਤ ਬਾਅਦ ਹੀ ਯੀਸ਼ੂ ਰੇਗਿਸਤਾਨ ਦੇ ਅੰਦਰ ਅਗਵਾਈ ਕਰਦੇ ਹਨ ਤੇ ਸ਼ੈਤਾਨ ਉਹਨਾਂ ਦੇ ਕੋਲ ਆਉਂਦਾ ਹੈ ਤੇ ਉਹਦਾ ਪਹਿਲਾ ਵਾਕ ਹੈ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ। ਦੂਜੇ ਸ਼ਬਦਾਂ 'ਚ ਸ਼ੈਤਾਨ ਯੀਸ਼ੂ ਨੂੰ ਉਹਨਾਂ ਦੀ ਪਛਾਣ ਤੇ ਸ਼ੱਕ ਕਰਾਉਣ ਦੀ ਕੋਸ਼ਿਸ਼ ਕਰਦਾ ਹੈ। ਸ਼ੈਤਾਨ ਪਰਮੇਸ਼ਰ ਦੀ ਚੰਗਿਆਈ ਤੇ ਤੁਹਾਨੂੰ ਸ਼ੱਕ ਪਾਉਣ ਦੀ ਕੋਸ਼ਿਸ਼ ਕਰੇਗਾ, ਤੁਹਾਨੂੰ ਯਕੀਨ ਦਿਵਾਵੇਗਾ ਕਿ ਪਰਮੇਸ਼ਰ ਖੇਲ ਵਿਗਾੜਨ ਵਾਲੇ ਹਨ ਜੋ ਸਿਰਫ ਤੁਹਾਡੇ ਆਨੰਦ ਨੂੰ ਵਿਗਾੜਨਾ ਚਾਹੁੰਦੇ ਹਨ। ਉਹ ਪਰਮੇਸ਼ਰ ਅਤੇ ਤੁਹਾਡੀ ਪਛਾਣ ਦੇ ਬਾਰੇ ਝੂਠ ਕਹਿੰਦਾ ਹੈ, ਈਸਾਈ ਦੇ ਰੂਪ 'ਚ, ਪਰਮੇਸ਼ਰ ਦੇ ਪੁੱਤਰ ਦੇ ਰੂਪ 'ਚ। ਬਿਲਕੁਲ, ਸਾਡੇ ਜੋ ਬਹੁਤ ਆਤਮ ਸੰਸ਼ਾ ਨਾਲ ਸੰਘਰਸ਼ ਕਰਦੇ ਹਨ, ਖੁਦ ਦੇ ਬਾਰੇ ਝੂਠ ਬੋਲਦੇ ਹਨ ਕਿ ਦੂਜੇ ਬੰਦਿਆਂ ਨੇ ਸਾਨੂੰ ਦੱਸਿਆ ਸੀ ਤੇ ਅਸੀਂ ਖੁਦ ਤੇ ਵਿਸ਼ਵਾਸ ਕਰਨਾ ਬੰਦ ਕਰ ਦਿੰਦੇ ਹਾਂ। ਪਰ ਸਾਡੀ ਸੱਚੀ ਪਛਾਣ ਹੈ ਕਿ ਅਸੀਂ ਪਰਮੇਸ਼ਰ ਦੇ ਪੁੱਤਰ ਹਾਂ, ਆਪਣੇ ਸੁਰਗੀ ਪਿਤਾ ਦੁਆਰਾ ਗਹਿਰਾ ਪ੍ਰੇਮ ਕੀਤਾ ਗਿਆ ਹੈ ਤੇ ਉਹਨਾਂ ਦੀ ਕਲਪਨਾ ਨਾਲ ਇੱਕ ਬੇਜੋੜ ਉਦੇਸ਼ ਦੇ ਲਈ ਅਸੀਂ ਬਣਾਏ ਗਏ। ਸ਼ੈਤਾਨ ਦੀ ਦੂਜੀ ਚਾਲ ਹੈ ਪ੍ਰਲੋਭਨ, ਤੇ ਕੁਝ ਹੱਦ ਤੱਕ ਸਾਨੂੰ ਸਾਰਿਆਂ ਨੂੰ ਪ੍ਰਲੋਭਨ ਦਾ ਤਜਰਬਾ ਹੈ। ਸ਼ਰਾਬ ਪੀਣਾ, ਸੈਕਸ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਚੀਜ਼ਾਂ ਲਲਚਾਉਂਦੀਆਂ ਹਨ। ਲੋਕਾਂ ਨਾਲ ਝੂਠ ਬੋਲਣਾ। ਮੈਨੂੰ ਗੁੱਸਾ ਬਹੁਤ ਜਲਦੀ ਆ ਜਾਂਦਾ ਹੈ। ਮੈਂ ਝੂਠ ਨਹੀਂ ਬੋਲਾਂਗਾ, ਪਰ ਬਹੁਤ ਸਾਰੀਆਂ ਕੁੜੀਆਂ ਨੇ। ਸ਼ਾਪਿੰਗ, ਮਤਲਬੀ ਹੋਣਾ, ਬਦਤਮੀਜ਼ ਹੋਣਾ। ਦੋਗਲਾਪਨ। ਓਹ, ਮੇਰਾ ਲਾਲਚ ਹੈ ਲੋਕਾਂ ਨੂੰ ਧੋਖਾ ਦੇਣਾ। ਜੇ ਤੁਸੀਂ ਇਸ ਬਾਰੇ ਸੋਚੋ ਤਾਂ ਸਾਰੀਆਂ ਚੰਗੀਆਂ ਚੀਜ਼ਾਂ ਤੁਹਾਡੇ ਲਈ ਬੁਰੀਆਂ ਹਨ ਤੇ ਸਾਰੀਆਂ ਬੁਰੀਆਂ ਚੀਜ਼ਾਂ ਤੁਹਾਡੇ ਲਈ ਚੰਗੀਆਂ ਹਨ। ਔਰਤਾਂ ਹੈ ਸ਼ਾਇਦ। ਹਰ ਵੇਲੇ ਬਾਹਰ ਜਾਣਾ, ਬਾਹਰੋਂ ਜਾ ਕੇ ਰੋਟੀ ਖਾਣੀ ਬਜਾਏ ਆਪ ਬਣਾਉਣ ਦੇ। ਹਾਲਾਂਕਿ ਮੈਂ ਬਦਲਣ ਦੀ ਕੋਸ਼ਿਸ਼ ਕਰਦਾ ਹਾਂ, ਜਿਵੇਂ ਧਿਆਨ ਕੇਂਦਰਿਤ ਕਰਨਾ, ਕੰਮ ਨੂੰ ਬਹੁਤ ਜਲਦਬਾਜ਼ੀ ਨਾਲ ਕਰਨਾ, ਇਸ ਤਰ੍ਹਾਂ ਦੀਆਂ ਚੀਜ਼ਾਂ। ਤੇ ਭਾਵੇਂ ਤੁਸੀਂ ਇਹਦੇ ਚੋਂ ਵਾਪਸ ਕੱਢ ਲਓ ਤੇ ਇਹਦੇ 'ਚ ਧਿਆਨ ਨਾ ਦਿਓ, ਜੋ ਤੁਸੀਂ ਕਰਦੇ ਹੋ ਤੇ ਉਹੀ ਹੁੰਦਾ ਹੈ। ਲਾਲਚੀ ਹੋਣ 'ਚ ਕੋਈ ਬੁਰਾਈ ਨਹੀਂ ਹੈ, ਹਰ ਇੱਕ 'ਚ ਲੋਭ ਹੁੰਦਾ ਤੇ ਤੁਸੀਂ ਬਿਨਾਂ ਲੋਭ ਦੇ ਅਹਿਸਾਸ ਦੇ ਜੀਵਨ ਨਹੀਂ ਗੁਜ਼ਾਰ ਸਕਦੇ।
ਯੀਸ਼ੂ ਵੀ ਹਰ ਤਰ੍ਹਾਂ ਨਾਲ ਲਾਲਚੀ ਸਨ, ਬਿਲਕੁਲ ਸਾਡੇ ਹੀ ਵਾਂਗ, ਸਿਵਾਏ ਕਿ ਉਹ ਦੋਸ਼ ਰਹਿਤ ਸਨ। ਤਾਂ ਮਹੱਤਵਪੂਰਨ ਹੈ ਲਾਲਚ ਅਤੇ ਦੋਸ਼ ਦੇ ਵਿਚਕਾਰ ਦਾ ਭੇਦ ਬਣਾਈ ਰੱਖਣਾ। ਨਵੇਂ ਉਪਦੇਸ਼ ਇਸ ਨੂੰ ਸਪਸ਼ਟ ਕਰਦੇ ਹਨ ਕਿ ਉਹ ਸ਼ੈਤਾਨ ਹੈ ਜੋ ਸਾਨੂੰ ਲਾਲਚ ਦਿੰਦਾ ਹੈ, ਪਰਮੇਸ਼ਰ ਨਹੀਂ। ਤੇ ਇਸੇ ਕਾਰਨ ਮੱਤੀ 4:3 ਦੇ ਵਿੱਚ ਸ਼ੈਤਾਨ ਨੂੰ ਪ੍ਰਲੋਭਨ ਦੇ ਰੂਪ ਦੇ ਵਿੱਚ ਬਿਆਨ ਕੀਤਾ ਗਿਆ। ਕਦੇ ਨਾ ਕਦੇ ਇੱਕ ਵਿਚਾਰ ਸਾਡੇ ਦਿਮਾਗ 'ਚ ਆਉਂਦਾ ਤੇ ਅਸੀਂ ਇਹ ਸੋਚਦੇ ਹਾਂ ਕਿ ਇਹ ਵਿਚਾਰ ਕਿੱਥੋਂ ਆਇਆ। ਇਹ ਦੋਸ਼ ਨਹੀਂ ਹੈ। ਦੋਸ਼ ਹੁੰਦਾ ਹੈ ਉਸ ਨੂੰ ਸਵੀਕਾਰ ਕਰਨਾ ਤੇ ਉਸ ਤੇ ਅਮਲ ਕਰਨਾ। ਪਰ ਸ਼ੈਤਾਨ ਸੋਚਣ ਤੇ ਮਜਬੂਰ ਕਰਦਾ ਹੈ ਕਿ ਅਸੀਂ ਪਹਿਲਾਂ ਹੀ ਉਲਝੇ ਹੋਏ ਤਾਂ ਫਿਰ ਮਤਲਬ ਹੀ ਨਹੀਂ ਬਣਦਾ ਤੁਸੀਂ ਕੀ ਕਰੋ, ਕਿਉਂਕਿ ਤੁਸੀਂ ਪਹਿਲਾਂ ਹੀ ਪਾਪੀ ਹੋ। ਉਦੋਂ ਕਪਟਪਣੇ ਦੀ ਇੱਕ ਵਿਊ ਰਚਨਾ ਹੈ। ਸਾਰੇ ਦੋਸ਼ ਕਪਟ ਦਾ ਹੀ ਇੱਕ ਰੂਪ ਹਨ। ਫਿਰ ਉਤਪत्ति ਜਿੱਥੇ ਸ਼ੈਤਾਨ ਸੱਪ ਦੇ ਰੂਪ 'ਚ ਹੈ ਕਿਹਾ ਹੈ, ਤੁਸੀਂ ਨਿਸ਼ਚੈ ਨਾ ਮਰੋਗੇ ਜੇ ਪਰਮੇਸ਼ਰ ਦੀ ਅਵੇਲਨਾ ਕਰੋਗੇ। ਦੂਜੇ ਸ਼ਬਦਾਂ 'ਚ ਇਹ ਤੁਹਾਨੂੰ ਕੋਈ ਹਾਨੀ ਨਾ ਪਹੁੰਚਾਵੇਗਾ। ਪਰ ਸ਼ੈਤਾਨ ਸਾਡੇ ਵਿਚਾਰਾਂ ਨੂੰ ਧੋਖਾ ਦੇਣ ਦਾ ਯਤਨ ਕਰਦਾ ਹੈ ਕਿ ਪਰਮੇਸ਼ਰ ਸਾਨੂੰ ਪ੍ਰੇਮ ਨਹੀਂ ਕਰਦੇ ਜਾਂ ਨਹੀਂ ਚਾਹੁੰਦੇ ਕਿ ਸਾਡੇ ਕੋਲ ਚੰਗੀਆਂ ਚੀਜ਼ਾਂ ਹੋਣ। ਯੀਸ਼ੂ ਚਾਹੁੰਦੇ ਹਨ ਕਿ ਸਾਡੇ ਜੀਵਨ 'ਚ ਪਰਿਪੂਰਨਤਾ ਹੋਵੇ, ਪਰ ਪੂਰੀ ਹੋਵੇ। ਉਹ ਤੁਹਾਨੂੰ ਪ੍ਰੇਮ ਕਰਦੇ ਹਨ। ਹਾਂ, ਤੇ ਸ਼ੈਤਾਨ ਦੀਆਂ ਬਾਕੀ ਉਪਾਧੀਆਂ ਦੇ ਵਿੱਚੋਂ ਇੱਕ ਹੈ ਦੋਸ਼ ਰੋਪਕ। ਉਹ ਸਾਨੂੰ ਪਰਮੇਸ਼ਰ ਦੀ ਚੰਗਾਈ ਤੇ ਪ੍ਰੇਮ ਤੇ ਸ਼ੱਕ ਕਰਾਉਂਦਾ ਹੈ। ਉਹ ਪਰਮੇਸ਼ਰ ਦੇ ਹੁਕਮਾਂ ਨੂੰ ਨਾ ਮਨਾਉਣ ਦਾ ਪ੍ਰਲੋਭਨ ਦਿੰਦਾ ਜੋ ਸਾਡੀ ਸੁਰੱਖਿਆ ਲਈ ਹਨ, ਤੇ ਫਿਰ ਉਹ ਸਾਡੇ ਤੇ ਤੋਹਮਤਾਂ ਲਾਉਂਦਾ ਤੇ ਸਾਨੂੰ ਸਜ਼ਾ ਦਿੰਦਾ। ਆਸਥਾ ਤੇ ਦੰਡ ਦੇ ਵਿਚਕਾਰ ਇੱਕ ਬਹੁਤ ਵੱਡਾ ਫਰਕ ਹੈ। ਆਸਥਾ ਪਵਿੱਤਰ ਆਤਮਾ ਤੋਂ ਆਉਂਦੀ ਹੈ। ਇਹ ਉਦੋਂ ਆਉਂਦੀ ਹੈ ਜਦੋਂ ਸਾਨੂੰ ਪਤਾ ਹੁੰਦਾ ਹੈ ਅਸੀਂ ਕੀ ਗਲਤ ਕੀਤਾ ਤੇ ਅਸੀਂ ਉਹਦੇ ਤੋਂ ਦੂਰ ਹੋ ਜਾਂਦੇ ਹਾਂ ਅਤੇ ਖਿਮਾ ਪ੍ਰਾਪਤ ਕਰਦੇ ਹਾਂ। ਪਰ ਦੰਡ ਸ਼ੈਤਾਨ ਤੋਂ ਮਿਲਦਾ ਹੈ। ਦੰਡ ਤਾਂ ਮਿਲਦਾ ਹੈ ਜਦੋਂ ਅਸੀਂ ਸਿਰਫ ਆਪਣੇ ਖੁਦ ਦੇ ਲਈ ਬੁਰਾ ਮਹਿਸੂਸ ਕਰਦੇ ਹਾਂ। ਪਰ ਨਵੇਂ ਉਪਦੇਸ਼ ਸਾਨੂੰ ਦੱਸਦੇ ਹਨ ਜੋ ਮਸੀਹ ਯੀਸ਼ੂ 'ਚ ਹੈ ਉਹਨਾਂ ਦੀ ਦੰਡ ਦੀ ਆਗਿਆ ਨਹੀਂ। ਸਲੀਬ ਤੇ ਯੀਸ਼ੂ ਨੇ ਦੰਡ ਸਵੀਕਾਰ ਕੀਤਾ ਜੋ ਸਾਡੇ ਲਈ ਸੀ। ਉਹਨਾਂ ਨੇ ਲਿੱਤਾ ਤਾਂ ਜੋ ਸਾਨੂੰ ਨਾ ਲੈਣਾ ਪਵੇ। ਜੰਗ 'ਚ ਸਾਡੀ ਸਥਿਤੀ ਬਦਲ ਗਈ ਸੀ। ਰਸੂਲ ਪੌਲ ਨੇ ਇਹਨੂੰ ਇੰਜ ਰੱਖਿਆ, ਉਸੇ ਨੇ ਸਾਨੂੰ ਹਨੇਰੇ ਦੇ ਵਸ ਤੋਂ ਛੁਡਾ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ 'ਚ ਦਾਖਲ ਕਰਵਾਇਆ। ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ। ਦੂਜੇ ਲਫ਼ਜ਼ਾਂ 'ਚ ਤੁਸੀਂ ਹਨੇਰੇ ਦੇ ਵਸ ਵਿੱਚ ਸੀ, ਜਿੱਥੇ ਤੁਸੀਂ ਕਹਿ ਸਕਦੇ ਹੋ ਇੱਕ ਤਰ੍ਹਾਂ ਨਾਲ ਸ਼ੈਤਾਨ ਵਸ 'ਚ ਸੀ। ਪਰ ਸਲੀਬ ਤੇ ਯੀਸ਼ੂ ਦੇ ਫਿਰ ਤੋਂ ਜੀ ਉੱਠਣ ਦੇ ਦੁਆਰਾ ਜਿਸ ਪਲ ਤੁਸੀਂ ਯੀਸ਼ੂ ਨੂੰ ਆਪਣੇ ਜੀਵਨ ਦਾ ਹਿੱਸਾ ਬਣਨ ਦੇ ਲਈ ਆਮੰਤਰਿਤ ਕੀਤਾ, ਉਹਨਾਂ ਨੇ ਤੁਹਾਡੇ ਹਨੇਰੇ ਦੇ ਵਸ ਤੋਂ ਛੁਡਾ ਕੇ ਯੀਸ਼ੂ ਦੇ ਰਾਜ 'ਚ ਦਾਖਲ ਕਰਵਾਇਆ, ਜਿੱਥੇ ਯੀਸ਼ੂ ਵਸ 'ਚ ਹਨ ਅਤੇ ਉੱਥੇ ਪੂਰੀ ਆਜ਼ਾਦੀ ਹੈ। 1995 ਤੋਂ ਮੈਂ ਇੱਕ ਆਵਾਰਾ ਸੀ ਤੇ ਮੈਨੂੰ ਉਦੋਂ ਇਹਦਾ ਅਹਿਸਾਸ ਨਹੀਂ ਸੀ ਕਿ ਮੇਰਾ ਸਰੀਰ ਅੰਦਰੋਂ ਕਮਜ਼ੋਰ ਹੋ ਰਿਹਾ ਹੈ, ਕਿਉਂਕਿ ਮੈਂ ਸ਼ਰਾਬ ਪੀਂਦਾ ਸੀ, ਡਰੱਗਸ ਲੈਂਦਾ ਸੀ, ਖਾਂਦਾ ਨਹੀਂ ਸੀ। ਮੈਨੂੰ ਅਹਿਸਾਸ ਨਹੀਂ ਸੀ ਕਿ ਮੇਰਾ ਖੂਨ ਜ਼ਹਿਰ ਬਣ ਰਿਹਾ ਸੀ। ਮੈਨੂੰ ਕੁਪੋਸ਼ਣ ਅਤੇ ਡੀਹਾਈਡਰੇਸ਼ਨ ਦੀ ਬਿਮਾਰੀ ਸੀ। ਮਾਰਚ 1996 ਵਿੱਚ ਕੁਝ ਲੋਕ ਸੜਕਾਂ ਤੇ ਉਤਰ ਆਏ ਅਤੇ ਉਹਨਾਂ ਨੂੰ ਮੈਨੂੰ ਕਿਹਾ, ਤੈਨੂੰ ਪਤਾ ਹੈ ਯੀਸ਼ੂ ਤੈਨੂੰ ਪ੍ਰੇਮ ਕਰਦੇ ਹਨ। ਮੈਂ ਉਹਨਾਂ ਦਾ ਮਜ਼ਾਕ ਉਡਾਇਆ। ਯੀਸ਼ੂ ਮੇਰੇ ਨਾਨਾ ਯੀਸ਼ੂ ਦਾ ਗਾਣਾ ਗਾਉਂਦੇ ਸਨ ਜਦ ਮੈਂ ਬੱਚਾ ਸੀ। ਅਜਿਹਾ ਕੁਝ ਨਹੀਂ ਹੁੰਦਾ। ਇੱਕ ਹਫ਼ਤੇ ਬਾਅਦ ਉਹ ਵਾਪਸ ਆਏ ਅਤੇ ਮੈਂ ਵੇਖਿਆ ਇਹਨਾਂ ਈਸਾਈ ਆਦਮੀਆਂ ਤੇ ਔਰਤਾਂ ਨੂੰ ਸੜਕ ਤੇ ਆਉਣ ਵਾਲੇ 6 ਮਹੀਨਿਆਂ ਤੱਕ। ਇੱਕ ਸਵੇਰੇ ਮੈਂ ਉੱਠਿਆ, ਉਹ ਇੱਕ ਆਮ ਦਿਨ ਸੀ ਅਤੇ ਮੈਂ ਆਪਣੀ ਸ਼ਰਾਬ ਤੇ ਡਰੱਗਸ ਲਏ ਤੇ ਮੈਂ ਡਿੱਗ ਪਿਆ। ਮੈਨੂੰ ਛੇਤੀ ਹਸਪਤਾਲ ਲੈ ਗਏ। ਮੈਂ 6 ਦਿਨਾਂ ਤੱਕ ਕੋਮਾ 'ਚ ਸੀ। ਮੇਰੀ ਮਾਂ ਨੂੰ ਹਸਪਤਾਲ 'ਚ ਬੁਲਾਇਆ ਗਿਆ ਸੀ। ਉਹ ਹਸਪਤਾਲ ਗਈ, ਮੈਂ ਮਰ ਗਿਆ ਸੀ। 6ਵੇਂ ਦਿਨ ਮੇਰੀ ਆਖਰੀ ਰਸਮ ਕੀਤੀ ਗਈ ਸੀ। ਡਾਕਟਰ ਨੇ ਮੇਰੀ ਮਾਂ ਨੂੰ ਦੱਸਿਆ ਕਿ ਹੁਣ ਇੰਨਾ ਹੀ ਕਰ ਸਕਦੇ ਹਨ। ਤਾਂ ਉਸਨੇ ਕਿਹਾ ਮੈਨੂੰ ਸੋਚਣ ਦੇ ਲਈ ਕੁਝ ਹੋਰ ਘੰਟੇ ਮਿਲ ਸਕਦੇ ਹਨ। ਤਾਂ ਮਾਂ ਕਮਰੇ ਤੋਂ ਬਾਹਰ ਆਈ ਤੇ ਉੱਥੇ ਬਹੁਤ ਸਾਰੇ ਲੋਕੀ ਸਨ ਜੋ ਮੈਨੂੰ ਅਲਵਿਦਾ ਕਹਿਣ ਆਏ ਸਨ। ਤੇ ਉਦੋਂ ਟੋਨੀ ਮੇਰੇ ਸਾਥੀ ਨੇ ਮਾਂ ਨੂੰ ਕਿਹਾ, ਇੱਥੇ ਕੁਝ ਈਸਾਈ ਔਰਤਾਂ ਹਨ। ਮੇਰੀ ਮਾਂ ਉੱਥੇ ਗਈ ਤਾਂ ਅਜਿਹਾ ਕਰਨ ਨਾਲ ਕੀ ਹੋਏਗਾ, ਕਿਵੇਂ ਮਦਦ ਕਰ ਸਕਦਾ ਹੈ, ਉਹ ਮਰ ਚੁੱਕਿਆ ਹੈ। ਤੇ ਉਹਨਾਂ ਨੇ ਕਿਹਾ, ਚਲੋ ਉਹਦੇ ਲਈ ਪ੍ਰਾਰਥਨਾ ਕਰਦੇ ਹਾਂ। ਤਾਂ ਉਹ ਆਏ ਅਤੇ ਮੇਰੇ ਲਈ ਪ੍ਰਾਰਥਨਾ ਕੀਤੀ। ਉਹਨਾਂ ਨੇ ਆਪਣਾ ਹੱਥ ਮੇਰੇ ਸਿਰ ਤੇ ਰੱਖਿਆ ਤੇ ਕਿਹਾ, ਨਾਜ਼ਰਤ ਦੇ ਯੀਸ਼ੂ ਦੇ ਨਾਮ ਤੇ ਇਸ ਬੰਦੇ ਨੂੰ ਨਵਾਂ ਜੀਵਨ ਦਿਓ। ਅਤੇ ਮੈਂ ਜਾਗ ਉੱਠਿਆ, ਬੈਠ ਗਿਆ, ਆਪਣੇ ਮੂੰਹ ਤੇ ਮਾਸਕ ਕੱਢ ਦਿੱਤਾ। ਮੈਂ ਜਿੰਦਾ ਹੋ ਗਿਆ ਸੀ। ਮੈਂ ਫਿਰ ਤੋਂ ਜੀ ਉੱਠਿਆ। ਪਰ ਕੋਮਾ ਤੋਂ ਵਾਪਸ ਜਾਗਣਾ ਇੱਕ ਚਮਤਕਾਰ ਹੀ ਸੀ। ਮੈਂ ਇੱਕਦਮ ਅਲੱਗ ਤੋਂ ਜੀ ਉੱਠਿਆ ਸੀ। ਮੈਂ ਸਮਝ ਗਿਆ ਮੈਂ ਦੁਬਾਰਾ ਕਦੇ ਸ਼ਰਾਬ, ਸਿਗਰਟ, ਡਰੱਗਸ ਨਹੀਂ ਲਾਵਾਂਗਾ। ਮੈਂ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਸੀ। ਮੈਨੂੰ ਲੱਗਿਆ ਜਿਵੇਂ ਮੈਂ ਚੰਗਾ ਬਣਨ ਦੇ ਲਈ ਪਾਗਲ ਹੋ ਜਾਵਾਂਗਾ। ਤੇ ਉਹਨਾਂ ਈਸਾਈ ਲੋਕਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਜਾਣਦੇ ਹੋ ਇਹਨੂੰ ਇੱਕ ਅਲਫਾ ਕੋਰਸ ਕਰਨਾ ਚਾਹੀਦਾ ਹੈ। ਮੈਂ ਕਿਹਾ ਇਹ ਉਹਨਾਂ ਬੱਚੋਂ ਇੱਕ ਹੈ। ਅਸੀਂ ਇੱਕ ਦਿਨ ਬਾਅਦ ਉੱਥੇ ਗਏ। ਦੁਪਹਿਰ ਦੀ ਤੀਜੀ ਗੱਲਬਾਤ ਤੇ ਮੈਂ ਖੜਾ ਹੋ ਗਿਆ ਤੇ ਮੈਂ ਕਿਹਾ, ਯੀਸ਼ੂ ਬਿਲਕੁਲ ਇਹੀ ਲਫ਼ਜ਼ ਸੀ, ਮੈਂ ਇਸ ਨੂੰ ਕਦੇ ਨਹੀਂ ਭੁੱਲਿਆ। 9 ਨਵੰਬਰ ਦਾ ਇੱਕ ਦਿਨ ਸੀ, 3 ਮਹੀਨੇ ਬਾਅਦ। ਤੇ ਮੈਂ ਕਿਹਾ, ਯੀਸ਼ੂ ਮੈਨੂੰ ਦੱਸਿਆ ਗਿਆ ਕਿ ਤੁਸੀਂ ਮੈਨੂੰ ਪ੍ਰੇਮ ਕਰਦੇ ਹੋ ਅਤੇ ਮੈਨੂੰ ਵਿਸ਼ਵਾਸ ਹੋ ਗਿਆ ਕਿ ਤੁਸੀਂ ਮੈਨੂੰ ਪ੍ਰੇਮ ਕਰਦੇ ਹੋ, ਪਰ ਇਹਨਾਂ ਕਾਫੀ ਨਹੀਂ ਹੈ। ਮੈਂ ਆਪਣੇ ਹਿਰਦੇ 'ਚ ਕੁਝ ਜਾਣਨਾ ਚਾਹੁੰਦਾ। ਤੇ ਜਿਵੇਂ ਕਿ ਮੈਂ ਕਿਹਾ ਮਾਫੀ ਕੀ ਤੁਸੀਂ ਮੇਰੇ ਜੀਵਨ 'ਚ ਆਓਗੇ। ਵਾਪਸ ਆਪਣੀ ਕੁਰਸੀ ਤੇ ਬਹਿ ਗਿਆ ਤੇ ਮੈਂ ਰੋ ਰਿਹਾ ਸੀ। ਉਸ ਵੇਲੇ ਮੇਰੀ ਅੱਖਾਂ 'ਚੋਂ ਹੰਝੂ ਵਗ ਰਿਹਾ ਸੀ। ਮੈਂ ਜਾਣ ਗਿਆ ਕਿ ਮੈਂ ਕਿੱਥੋਂ ਸੀ।
ਮੈਂ ਜਾਣ ਗਿਆ ਮੈਂ ਕੌਣ ਸੀ ਤੇ ਮੈਂ ਜਾਣ ਗਿਆ ਮੈਂ ਕੀ ਕਰਨਾ ਸੀ। ਤਾਂ ਉਸ ਰਾਤ 10 ਵਜੇ ਮੈਂ ਫਿਰ ਤੋਂ ਯਿਸੂ ਦੀ ਗਲੀ ਮਿਡਲਸਬਰੋ ਗਿਆ ਸੀ ਤੇ ਮੈਂ ਆਪਣੀ ਸੇਵਕਾਈ ਸ਼ੁਰੂ ਕੀਤੀ ਸੀ। ਉਹ 19 ਸਾਲ ਪਹਿਲਾਂ ਦੀ ਗੱਲ ਸੀ ਤੇ ਉਦੋਂ ਤੋਂ ਹੀ ਇਹੀ ਮੈਂ ਕੀਤਾ। ਮੈਂ ਲੋਕਾਂ ਨੂੰ ਯਿਸੂ ਦੇ ਬਾਰੇ 'ਚ ਦੱਸਿਆ। ਮੈਂ 141 ਅਲਫਾ ਕੋਰਸ ਚਲਾਇਆ। ਇਹ ਕੁਝ ਅਜਿਹੇ ਕੰਮ ਹਨ ਜੋ ਮੈਂ ਲੋਕਾਂ ਨੂੰ ਕਹੇ ਉਹਨਾਂ ਗਲੀਆਂ 'ਚ ਜਾਂ ਕੈਚ 'ਚ ਜਦ ਮੈਂ ਪਹਿਲੀ ਵਾਰ ਉਹਨਾਂ ਨੂੰ ਮਿਲਿਆ, ਕਿਉਂਕਿ ਉਹ ਦੋਸਤਾਂ ਨਾਲ ਭਰੇ ਹੋਏ ਸੀ। ਜਾਣਦੇ ਹੋ ਮੈਂ ਸੰਸਾਰ 'ਚ ਸੀ। ਉਹਨਾਂ 'ਚ ਕਿਹਾ ਤਾਂ ਗ੍ਰੈਮ ਤੈਨੂੰ ਇਹ ਸਭ ਕਿਵੇਂ ਪਤਾ ਕਿ ਤੂੰ ਸਿਰਫ ਕੋਮਾ 'ਚੋਂ ਹੀ ਬਾਹਰ ਨਹੀਂ ਨਿਕਲਿਆ ਸੀ। ਹੁਣ ਸ਼ਾਇਦ ਸੰਜੋਗ ਨਾਲ ਮੈਂ ਕੋਮਾ ਤੋਂ ਬਾਹਰ ਆਇਆ ਸੀ, ਪਰ ਮੈਂ ਅਕਸਰ ਕਹਿੰਦਾ ਹਾਂ ਪਿਛਲੇ 19 ਸਾਲਾਂ ਤੋਂ ਮੈਂ ਕਿਉਂ ਜੀ ਰਿਹਾ ਸੀ, ਕਿਵੇਂ ਜੀ ਰਿਹਾ ਸੀ। ਉਹ ਹਿੱਸਾ 'ਚੋਂ ਗੁੱਸਾ ਕਿੱਥੇ ਗਿਆ ਤੇ ਤਿਆਗੇ ਜਾਣਾ ਤੇ ਪ੍ਰੇਮ ਤੋਂ ਅਣਜਾਣ ਰਹਿਣਾ ਇੱਕ ਰਾਤ 'ਚ ਸਭ ਕਿੱਥੇ ਗਿਆ। ਯਿਸੂ ਸਰਵੋਤਮ ਪ੍ਰੇਮ ਹਨ। ਮੈਂ ਕਿਉਂ ਜੀ ਰਿਹਾ ਸੀ। ਉਹ ਹਿੱਸਾ 'ਚੋਂ ਗੁੱਸਾ ਕਿੱਥੇ ਗਿਆ, ਇੱਕ ਰਾਤ 'ਚ ਸਭ ਕਿੱਥੇ ਗਿਆ। ਅਸੀਂ ਉਸੇ ਨੇ ਗ੍ਰੈਮ ਸੀਡ ਨੂੰ ਬਦਲਿਆ ਸੀ ਤਾਂ ਤੇ ਗ੍ਰੈਮ ਸੀਡ ਨੂੰ ਬਦਲਿਆ ਤਾਂ ਇਹ ਕਿਸੇ ਨੂੰ ਵੀ ਬਦਲ ਸਕਦੇ ਹਨ। ਤਾਂ ਜੇ ਅਸੀਂ ਇਸ ਬਦਲਾਵ ਨੂੰ ਮਹਿਸੂਸ ਕਰਦੇ ਹਾਂ ਤਾਂ ਕਿਉਂ ਅਸੀਂ ਪ੍ਰਲੋਭਨ ਨਾਲ ਸੰਘਰਸ਼ ਕਰਦੇ ਹਾਂ ਅਤੇ ਕਿਉਂ ਅਸੀਂ ਹੁਣ ਤੱਕ ਬੁਰਾਈ ਨਾਲ ਲੜੇ। ਦੂਜੇ ਵਿਸ਼ਵ ਯੁੱਧ ਦੀ ਫੈਸਲੇ ਦੀ ਘੜੀ ਡੀ-ਡੇ ਸੀ। 6 ਜੂਨ 1944 ਸਵੇਰੇ ਹੀ ਹਜ਼ਾਰਾਂ ਮਿੱਤਰ ਦੇਸ਼ ਦੀ ਸੈਨਾਵਾਂ ਨੇ ਇਹਨਾਂ ਤੱਟਾਂ ਤੇ ਦੁਸ਼ਮਣਾਂ ਨਾਲ ਯੁੱਧ ਕੀਤਾ ਸੀ। ਭਾਵੇਂ ਹਜ਼ਾਰਾਂ ਲੋਕੀ ਮਰ ਗਏ, ਪਰ ਇਹ ਸਾਡੀ ਮਹਾਨ ਸਫਲਤਾ ਸੀ। ਅਸਲ 'ਚ ਇਸੇ ਦਿਨ ਯੁੱਧ ਜਿੱਤਿਆ ਗਿਆ ਸੀ। ਯਿਸੂ ਦੀ ਮੌਤ ਅਤੇ ਫੇਰ ਤੋਂ ਜੀ ਉੱਠਣ ਤੇ ਅਸਲੀ ਜਿੱਤ ਜਿੱਤੀ ਗਈ ਸੀ ਤੇ ਉਹੀ ਫੈਸਲੇ ਦਾ ਦਿਨ ਵੀ ਸੀ। ਤੇ ਜਿਸ ਪਲ ਯਿਸੂ ਨੂੰ ਤੁਸੀਂ ਆਪਣੇ ਜੀਵਨ 'ਚ ਆਮੰਤਰਿਤ ਕੀਤਾ ਸੀ, ਜੇ ਤੁਸੀਂ ਅਜਿਹਾ ਕੀਤਾ ਸੀ, ਪਾਪ ਦੀਆਂ ਸ਼ਕਤੀਆਂ ਸਮਾਪਤ ਹੋਈਆਂ। ਪਰ ਯੁੱਧ ਉੱਥੇ ਹੀ ਸਮਾਪਤ ਨਹੀਂ ਹੋਇਆ। ਉਸ ਆਪਰੇਸ਼ਨ ਨੂੰ ਪੂਰਾ ਕਰਨ 'ਚ ਮਹੀਨਿਆਂ ਦਾ ਸਮਾਂ ਲੱਗਿਆ ਸੀ। VE ਡੇ ਤੱਕ, ਯੂਰਪ ਦੀ ਜਿੱਤ ਤੱਕ, 8 ਮਈ 1945। ਵੇਖਿਆ ਜਾਏ ਤਾਂ ਇਸ ਵੇਲੇ ਅਸੀਂ ਡੀ-ਡੇ ਅਤੇ VE ਡੇ ਦੇ ਵਿੱਚ ਰਹਿ ਰਹੇ ਹਾਂ। ਅਸੀਂ ਜਿੱਤ ਚੁੱਕੇ ਸੀ, ਪਰ ਅਸੀਂ ਹੁਣ ਵੀ ਯੁੱਧ ਦੇ ਸਮੇਂ 'ਚ ਹਾਂ, ਜੋ ਉਦੋਂ ਪੂਰਾ ਹੋਵੇਗਾ ਜਦ ਯਿਸੂ ਵਾਪਸ ਆਣਗੇ ਤੇ ਅਸੀਂ ਉਹਨਾਂ ਨੂੰ ਮਿਲ ਸਕਾਂਗੇ। ਤੇ ਜੇ ਤੁਹਾਨੂੰ ਕੁਝ ਵੀ ਮਹਿਸੂਸ ਹੋਇਆ ਜਿਵੇਂ ਜਦ ਮੇਰਾ ਪਹਿਲੀ ਵਾਰ ਯਿਸੂ ਨਾਲ ਸਾਹਮਣਾ ਹੋਇਆ ਸੀ, ਤਾਂ ਮੇਰਾ ਜੀਵਨ ਬਹੁਤ ਬਦਲ ਗਿਆ। ਪਰ ਅਜਿਹਾ ਵੀ ਸਮਾਂ ਸੀ ਜਦ ਮੈਨੂੰ ਸੰਘਰਸ਼ ਕਰਨਾ ਪਿਆ, ਅਤੇ ਜੇ ਮੈਂ ਸੱਚੀ ਹਾਂ, ਮੈਂ ਅੱਜ ਵੀ ਉਹਨਾਂ ਨਾਲ ਸੰਘਰਸ਼ ਕਰਾਂਗੀ। ਇੱਕ ਵਾਰ ਕੁਝ ਮਹੀਨੇ ਪਹਿਲਾਂ ਮੈਂ ਆਕਸਫੋਰਡ ਸਟਰੀਟ ਤੇ ਬਾਈਕ ਚਲਾ ਰਿਹਾ ਸਾਂ ਤੇ ਮੈਂ ਫੁੱਟਪਾਥ ਤੋਂ ਕੁਝ ਦੂਰੀ ਤੇ ਸੀ, ਕਿਉਂਕਿ ਮੈਨੂੰ ਫੁੱਟਪਾਥ ਤੋਂ ਥੋੜੀ ਦੂਰ ਬਾਈਕ ਚਲਾਉਣਾ ਪਸੰਦ ਹੈ ਕਈ ਕਾਰਨਾਂ ਕਰਕੇ। ਤੇ ਉੱਥੇ ਇੱਕ ਕਾਲੀ ਟੈਕਸੀ ਸੀ। ਤੁਸੀਂ ਜਾਣਦੇ ਹੋ ਲੰਡਨ 'ਚ ਟੈਕਸੀ ਡਰਾਈਵਰਾਂ ਨੂੰ। ਤਾਂ ਪਿੱਛੇ ਇੱਕ ਕਾਲੀ ਟੈਕਸੀ ਸੀ ਜੋ ਬਹੁਤ ਕਾਹਲੀ 'ਚ ਸੀ ਤੇ ਉਹਨੇ ਹੌਰਨ ਵਜਾਉਣਾ ਸ਼ੁਰੂ ਕਰ ਦਿੱਤਾ ਤੇ ਫਿਰ ਉਹ ਠੀਕ ਮੇਰੇ ਪਾਸੇ ਆ ਗਿਆ, ਕਿਉਂਕਿ ਉਹਨੂੰ ਇਹ ਲੱਗਿਆ ਕਿ ਮੈਂ ਉਹਨੂੰ ਜਾਣ ਤੋਂ ਰੋਕ ਰਿਹਾ ਸੀ। ਉਹ ਮੇਰੇ ਬਿਲਕੁਲ ਕੋਲ ਆ ਗਿਆ ਤੇ ਉਹਨੇ ਮੈਨੂੰ ਟੱਕਰ ਮਾਰੀ ਤੇ ਜਿਵੇਂ ਹੀ ਉਹ ਕੋਲ ਆਇਆ ਉਹ ਮੇਰੇ ਤੇ ਚੀਖਿਆ, ਚੱਲ ਹਟ ਰਸਤੇ 'ਚੋਂ। ਤੇ ਮੇਰੇ ਅੰਦਰ ਕੁਝ ਹੋਇਆ। ਮੈਨੂੰ ਨਹੀਂ ਲੱਗਦਾ ਉਹ ਪਵਿੱਤਰ ਆਤਮਾ ਸੀ। ਆਵਾਜ਼ ਆਈ, ਉਹਨੂੰ ਪਕੜੋ। ਤਾਂ ਇੱਕ ਬਾਈਕ ਸਭ ਤੋਂ ਚੰਗੀ ਗੱਲ ਹੈ ਕਿ ਇੱਕ ਕਾਰ ਨੂੰ ਟ੍ਰੈਫਿਕ ਲਾਈਟ ਤੇ ਰੁਕਣਾ ਪੈਂਦਾ ਹੈ। ਇਸ ਲਈ ਉਹ ਟ੍ਰੈਫਿਕ ਲਾਈਟ ਤੇ ਰੁਕਿਆ ਹੋਇਆ ਸੀ ਤੇ ਮੈਂ ਉਹਦੇ ਕੋਲ ਜਾਣ 'ਚ ਕਾਮਯਾਬ ਹੋਇਆ। ਤੇ ਜਿਵੇਂ ਹੀ ਮੈਂ ਉਹਦੇ ਕੋਲ ਪਹੁੰਚਿਆ, ਉਹਨੇ ਕਿਹਾ, ਤੂੰ ਰਸਤੇ 'ਚ ਆ ਰਿਹਾ, ਤੈਨੂੰ ਹਟ ਜਾਣਾ ਚਾਹੀਦਾ। ਮੈਂ ਕਿਹਾ, ਤੇਰਾ ਨੰਬਰ ਕੀ ਹੈ? ਕਿਉਂਕਿ ਮੈਂ ਜਾਣਦਾ ਸੀ ਉਹਨਾਂ ਨੂੰ ਰਿਪੋਰਟ ਕਰਵਾਉਣਾ ਪਸੰਦ ਨਹੀਂ ਹੈ। ਮੈਂ ਕਿਹਾ, ਤੁਹਾਡਾ ਨੰਬਰ ਕੀ ਹੈ? ਉਸੇ ਵੇਲੇ ਲਾਈਟ ਹਰੀ ਹੋ ਗਈ। ਉਹਨੇ ਕਿਹਾ, ਮੇਰਾ ਨੰਬਰ, ਤੇ ਉਸਨੇ ਗੱਡੀ ਚਲਾ ਦਿੱਤੀ। ਸੋਚਿਆ ਠੀਕ ਹੈ, ਮੈਂ ਉਹਨਾਂ ਨੂੰ ਪਕੜਦਾ। ਤੇ ਮੈਂ ਬਾਈਕ ਉਹਨਾਂ ਦੇ ਪਿੱਛੇ ਚਲਾਉਣ ਲੱਗਿਆ ਤੇ ਮੈਂ ਵੇਖ ਰਿਹਾ ਸੀ, ਮੈਂ ਉਹਦੇ ਨੰਬਰ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। 58815। ਮੈਂ ਉਹਦੀ ਰਿਪੋਰਟ ਕਰਾਂਗਾ, 58815। ਮੈਂ ਵੇਖ ਸਕਦਾ ਸੀ ਕਿ ਉਹ ਆਪਣੇ ਰੀਅਰ ਵਿਊ ਮਿਰਰ 'ਚ ਵੇਖ ਰਿਹਾ ਸੀ ਇਹੀ ਕਿ ਮੈਂ ਕੀ ਕਰ ਰਿਹਾ ਸੀ। ਤੇ ਮੈਂ ਉਹਦੇ ਕੋਲ ਪਹੁੰਚਿਆ। ਮੈਂ ਉਹਦੇ ਇੱਕ ਪਾਸੇ ਸੀ। ਉਸਨੇ ਕਿਹਾ, ਮਿਸਟਰ ਨਿੱਕੀ, ਤੁਹਾਨੂੰ ਨਿਯਮਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਮੈਂ ਸੋਚਿਆ ਕਿ ਮੈਂ ਸਹੀ ਸੁਣਿਆ ਸੀ। ਉਸਨੇ ਕਿਹਾ ਸੀ, ਨਿੱਕੀ, ਤੈਨੂੰ ਨਿਯਮਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅਗਲੀ ਚੀਜ਼ ਮੈਨੂੰ ਯਾਦ ਹੈ, ਉਹ ਆਪਣੀ ਵਿੰਡੋ ਤੋਂ ਬਾਹਰ ਝੁਕਿਆ, ਆਪਣੀ ਅਲਫਾ ਦਸਤਾਵੇਜ਼ ਇਸ ਤਰ੍ਹਾਂ ਹਿਲਾ ਰਿਹਾ ਸੀ।
ਤਾਂ ਮੈਂ ਉਹਦੇ ਕੋਲ ਗਿਆ ਤੇ ਪੁੱਛਿਆ ਕਿ ਤੁਸੀਂ ਅਲਫਾ ਕੋਰਸ ਕੀਤਾ ਹੋਇਆ ਹੈ? ਉਹਨੇ ਕਿਹਾ ਹਾਂ, ਮੈਂ 2 ਮਹੀਨੇ ਪਹਿਲਾਂ ਅਲਫਾ 'ਚ ਇੱਕ ਈਸਾਈ ਬਣ ਗਿਆ। ਮਤਲਬ ਉਹਨੂੰ ਸ਼ੁੱਧੀਕਰਨ ਦੇ ਲਈ ਜ਼ਿਆਦਾ ਸਮਾਂ ਨਹੀਂ ਸੀ ਲੱਗਿਆ। ਮੈਂ ਪੁੱਛਿਆ ਉਹ ਤੁਹਾਡਾ ਨਾਮ ਕੀ ਹੈ? ਉਸਨੇ ਕਿਹਾ ਮੇਰਾ ਨਾਮ ਡੀਨ ਹੈ। ਮੈਂ ਕਿਹਾ ਤੁਹਾਨੂੰ ਮਿਲ ਕੇ ਬੜਾ ਚੰਗਾ ਲੱਗਿਆ ਤੇ ਕਿਹਾ ਫਿਰ ਮੈਂ ਕਿਹਾ ਆਮ ਸੌਰੀ। ਉਸ ਟਾਈਮ ਤੱਕ ਉਹ ਗੁੱਸੇ ਦੇ ਪ੍ਰਭਾਵ 'ਚ ਸੀ ਤੇ ਨਾਲ ਹੀ ਬਹੁਤ ਦਿਲਚਸਪ ਸੀ ਇੱਕ ਅਜਿਹੇ ਬੰਦੇ ਨੂੰ ਮਿਲਣਾ ਜੋ ਪਿਛਲੇ 10 ਹਫ਼ਤਿਆਂ ਤੋਂ DVD ਵੇਖ ਰਿਹਾ ਸੀ। ਟੈਕਸੀ ਦੇ ਪਿੱਛੇ ਬੈਠਾ ਮੁਸਾਫਰ ਪੂਰੀ ਤਰ੍ਹਾਂ ਉਲਝਣ ਵਿੱਚ ਸੀ ਤਾਂ ਅਖੀਰ ਉਹ ਪਿੱਛੇ ਮੁੜਿਆ ਤੇ ਉਹਨੇ ਉਸ ਨੂੰ ਕਿਹਾ ਇਹ ਬੰਦਾ ਅਲਫਾ ਕੋਰਸ ਚਲਾਉਂਦਾ ਹੈ, ਇਹ ਪ੍ਰੇਰਣਾਦਾਇਕ ਹੈ। ਕੋਰਸ ਨੇ ਮੇਰਾ ਜੀਵਨ ਬਦਲ ਦਿੱਤਾ ਤੇ ਜਿਵੇਂ ਹੀ ਮੈਂ ਆਪਣੀ ਬਾਈਕ ਬੰਦ ਕੀਤੀ, ਮੈਂ ਸੋਚਿਆ ਮੈਨੂੰ ਹਲੇ ਆਪਣੇ ਆਪ ਤੇ ਬਹੁਤ ਮਿਹਨਤ ਕਰਨ ਦੀ ਲੋੜ ਹੈ। ਅਸੀਂ ਹਾਲੇ ਵੀ ਇੱਕ ਲੜਾਈ 'ਚ ਹਾਂ। ਇਹ ਇੱਕ ਪ੍ਰਕਿਰਿਆ ਹੈ ਤੇ ਇਹ ਪੂਰੀ ਨਹੀਂ ਹੋਵੇਗੀ ਜਦ ਤੱਕ ਯੀਸ਼ੂ ਵਾਪਸ ਨਹੀਂ ਆਉਂਦੇ। ਤਾਂ ਸਾਡੀ ਸੁਰੱਖਿਆ ਕੀ ਹੈ? ਅਸੀਂ ਇਸ ਯੁੱਧ ਨਾਲ ਕਿਵੇਂ ਲੜੀਏ? ਤਾਂ ਪੌਲ ਨੇ ਇਫੀਸੀਓ ਦੇ ਅਧਿਆਇ 6 'ਚ ਕਿਹਾ ਹੈ ਕਿ ਇਸ ਯੁੱਧ ਨੂੰ ਲੜਨ ਦੇ ਲਈ ਸਾਨੂੰ ਪਰਮੇਸ਼ਰ 'ਚ ਬਲਵੰਤ ਹੋਣਾ ਹੋਵੇਗਾ। ਸਾਨੂੰ ਪਰਮੇਸ਼ਰ ਦੇ ਸਾਰੇ ਹਥਿਆਰ ਬੰਨਣੇ ਹੋਣਗੇ। ਇਸ ਲਈ ਪ੍ਰਭਾਵੀ ਰੂਪ ਨਾਲ ਬਾਈਬਲ ਕਹਿੰਦੀ ਹੈ ਕਿ ਸਾਨੂੰ ਆਪਣੀ ਬੁਰੀ ਆਦਤਾਂ ਨੂੰ ਤਿਆਗਣਾ ਹੋਵੇਗਾ ਤੇ ਉਹਨਾਂ ਨੂੰ ਚੰਗੀਆਂ ਆਦਤਾਂ 'ਚ ਬਦਲਣਾ ਹੋਵੇਗਾ। ਯੀਸੂ ਦੇ ਨੇੜੇ ਰਹੋ, ਆਪਣਾ ਧਿਆਨ ਯੀਸੂ 'ਚ ਕੇਂਦਰਿਤ ਕਰੋ, ਸੱਚ ਨਾਲ ਆਪਣੀ ਕਮਰ ਨੂੰ ਕੱਸ ਕੇ ਬੰਨ੍ਹ ਕੇ। ਯੀਸੂ ਨੇ ਕਿਹਾ ਸੀ, ਮੈਂ ਹੀ ਸੱਚ ਹਾਂ। ਇਹ ਵਿਖਾਵੇ ਦੇ ਉਲਟ ਹੈ। ਇਹ ਸੱਚ ਹੈ, ਪ੍ਰਮਾਣਿਤ ਹੈ, ਕਪਟ ਰਹਿਤ ਹੈ ਤੁਹਾਡੇ ਜੀਵਨ ਵਿੱਚ। ਧਾਰਮਿਕਤਾ ਕਹਿੰਦੀ ਹੈ ਆਪਣੇ ਸਬੰਧਾਂ ਨੂੰ ਵਧੀਆ ਰੱਖੋ, ਛੋਟੇ ਸਮੇਂ ਦਾ ਖਾਤਾ ਰੱਖੋ। ਜੇ ਤੁਸੀਂ ਵਿਗਾੜੋ, ਜਿਵੇਂ ਕਿ ਅਸੀਂ ਸਾਰੇ ਕਰਦੇ ਹਾਂ, ਪਰਮੇਸ਼ਰ ਤੋਂ ਆਪਣੇ ਲਈ ਖਿਮਾ ਮੰਗੋ ਤੇ ਛੇਤੀ ਖੁਦ ਨੂੰ ਉੱਪਰ ਚੱਕੋ ਤੇ ਇਹੀ ਦੂਜੇ ਬੰਦਿਆਂ ਦੇ ਨਾਲ ਕਰੋ। ਜੇ ਤੁਹਾਡਾ ਕਿਸੇ ਦੇ ਨਾਲ ਝਗੜਾ ਹੁੰਦਾ ਹੈ ਤਾਂ ਛੇਤੀ ਸਮਝੌਤਾ ਕਰੋ। ਸੇਵਾਵਾਂ 'ਚ ਸ਼ਾਮਲ ਹੋ ਜਾਵੋ, ਪੈਰਾਂ 'ਚ ਮੇਲ ਦੇ ਸੁਸਮਾਚਾਰ ਦੀ ਤਿਆਰੀ ਦੇ ਜੁੱਤੇ ਪਾ ਕੇ। ਸਿਰਫ ਹੱਥ ਤੇ ਹੱਥ ਧਰ ਕੇ ਨਾ ਬੈਠੇ ਰਹੋ, ਸ਼ਾਮਲ ਹੋਵੋ, ਸੇਵਾ ਕਰੋ, ਚਰਚ ਵਿੱਚ ਜਾਂ ਆਪਣੀ ਕੌਮ ਵਿੱਚ। ਮੁਸ਼ਕਲ ਸਮੇਂ 'ਚ ਪਰਮੇਸ਼ਰ ਤੇ ਵਿਸ਼ਵਾਸ ਕਰੋ। ਪੌਲ ਨੇ ਕਿਹਾ ਹੈ, ਵਿਸ਼ਵਾਸ ਦੀ ਢਾਲ ਲੈ ਕੇ ਕਾਇਮ ਰਹੋ, ਜਿਸ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਬਲਦੇ ਹੋਏ ਤੀਰਾਂ ਨੂੰ ਬੁਝਾ ਸਕੋ। ਸ਼ੈਤਾਨ ਤੁਹਾਡੇ ਤੇ ਕੂੜਾ ਸੁੱਟਣ ਵਾਲਾ ਹੈ, ਸ਼ੱਕ, ਭੈ, ਚਿੰਤਾਵਾਂ, ਲਾਲਚ, ਇਸ ਤਰ੍ਹਾਂ ਦਾ ਕੂੜਾ। ਵਿਸ਼ਵਾਸ ਬਣਾਈ ਰੱਖੋ। ਉਦਾਰ ਦਾ ਟੋਪ ਪਾ ਕੇ ਵਿਚਾਰਾਂ ਦੀ ਲੜਾਈ ਜਿੱਤੋ। ਉਦਾਰਤਾ ਦਾ ਮਤਲਬ ਹੈ ਸੁਤੰਤਰਤਾ, ਆਜ਼ਾਦੀ, ਜੋ ਯੀਸੂ ਲੈ ਕੇ ਆਏ। ਸਭ ਤਰ੍ਹਾਂ ਦੇ ਪ੍ਰਲੋਭਨ ਵਿਚਾਰਾਂ ਤੋਂ ਹੀ ਸ਼ੁਰੂ ਹੁੰਦੇ ਹਨ। ਇੱਕ ਵਿਚਾਰ ਇੱਕ ਕੰਮ ਬਣ ਜਾਂਦਾ ਹੈ, ਇੱਕ ਕਾਰਜ ਇੱਕ ਲੱਤ ਬਣ ਜਾਂਦੀ ਹੈ, ਇੱਕ ਲੱਤ ਭਾਗ ਯਾਨੀ ਕਿਸਮਤ ਬਣ ਜਾਂਦੀ ਹੈ। ਆਪਣੀ ਬਾਈਬਲ ਨੂੰ ਜਾਣੋ, ਖੁਦ ਨੂੰ ਪਰਮੇਸ਼ਰ ਦੇ ਲਫ਼ਜ਼ਾਂ 'ਚ ਡੁਬੋ। ਆਤਮਾ ਦੀ ਤਲਵਾਰ ਜੋ ਪਰਮੇਸ਼ਰ ਦਾ ਵਚਨ ਹੈ ਲੈ ਲਓ। ਮੈਂ ਅਸਲ 'ਚ ਤੁਹਾਨੂੰ ਪ੍ਰੋਤਸਾਹਿਤ ਕਰਦੀ ਹਾਂ ਇਸ ਕਿਤਾਬ ਨੂੰ ਜਾਣਨ, ਹਰ ਦਿਨ ਪੜ੍ਹਨ ਦੇ ਲਈ। ਜੇ ਤੁਸੀਂ ਕਰ ਸਕੋ ਤਾਂ ਇੱਕ ਹਾਰਡ ਕਾਪੀ ਲਓ, ਡਾਊਨਲੋਡ ਕਰੋ, 1 ਈਅਰ ਐਪ ਜਾਂ ਜੋ ਵੀ ਤੁਹਾਨੂੰ ਪਸੰਦ ਹੋਵੇ। ਜਿਸ ਵੇਲੇ ਯੀਸ਼ੂ ਪ੍ਰਲੋਭਿਤ ਹੋਏ, ਉਹਨਾਂ ਨੇ ਬਾਈਬਲ ਦੇ ਇੱਕ ਉਪਦੇਸ਼ ਤੋਂ ਉੱਤਰ ਦਿੱਤਾ ਸੀ। ਉਹ ਧਰਮ ਸ਼ਾਸਤਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਤੇ ਉਹਨਾਂ ਨੇ ਇਹਦਾ ਇਸਤੇਮਾਲ ਦੁਸ਼ਮਣ ਦੀ ਵਾਰ ਦੇ ਖਿਲਾਫ ਸੁਰੱਖਿਆ ਦੇ ਤੌਰ ਤੇ ਕੀਤਾ। ਪ੍ਰਾਰਥਨਾ ਕਰਦੇ ਰਹੋ, ਹਰ ਵਕਤ ਅਤੇ ਹਰ ਤਰ੍ਹਾਂ ਨਾਲ ਆਤਮਾ 'ਚ ਪ੍ਰਾਰਥਨਾ ਤੇ ਵਿਨਤੀ ਕਰਦੇ ਰਹੋ। ਪ੍ਰਾਰਥਨਾ ਦੇ ਜ਼ਰੀਏ ਪਰਮੇਸ਼ਰ ਦੇ ਨਜ਼ਦੀਕ ਰਹੋ। ਤੇ ਆਖਰ 'ਚ ਦ੍ਰਿੜਤਾ ਨਾਲ ਇਕੱਠੇ ਖੜੇ ਰਹੋ। ਸਾਡੀ ਪਿੱਠ ਦੇ ਪਿੱਛੇ ਕੋਈ ਕਵਚ ਨਹੀਂ ਹੈ। ਅਸੀਂ ਸਭ ਤੋਂ ਵੱਧ ਆਲੋਚਨਾਯੋਗ ਹੁੰਦੇ ਹਾਂ ਜਦ ਦੂਰ ਭੱਜਦੇ ਹਾਂ, ਪਰ ਅਸੀਂ ਮਜ਼ਬੂਤ ਬਣਦੇ ਹਾਂ ਜਦੋਂ ਅਸੀਂ ਇਕੱਠੇ ਟਿਕੇ ਰਹਿੰਦੇ ਹਾਂ। ਚੰਗੀ ਖਬਰ ਇਹ ਹੈ ਕਿ ਤੁਸੀਂ ਕਰ ਸਕਦੇ ਹੋ। ਯਾਕੂਬ ਕਹਿੰਦਾ ਹੈ, ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਦੀ ਭੱਜ ਨਿਕਲੇਗਾ। ਪਰਮੇਸ਼ਰ ਦੇ ਨਜ਼ਦੀਕ ਆਓ ਤਾਂ ਉਹ ਵੀ ਤੁਹਾਡੇ ਨਜ਼ਦੀਕ ਆਵੇਗਾ। ਅਸੀਂ ਬੁਰਾਈ ਨੂੰ ਚੰਗਾਈ ਨਾਲ ਵਸ ਕਰ ਸਕਦੇ ਹਾਂ। ਇਸੇ ਤਰੀਕੇ ਅਸੀਂ ਇਹਦੇ ਤੇ ਵਾਰ ਕਰੀਏ। ਤੇ ਇਹਨਾਂ ਚੋਂ ਇੱਕ ਤਰੀਕਾ ਜੋ ਅਸੀਂ ਕਰ ਸਕਦੇ ਹਾਂ ਉਹ ਮਾਫੀ ਦੇ ਦੁਆਰਾ। ਪ੍ਰਾਰਥਨਾ 'ਚ ਜਿਸ ਯੀਸ਼ੂ ਅਨੁਸ਼ਾਸਨ ਸਿਖਾਉਂਦੇ ਹਨ, ਜਿਸ ਨੂੰ ਈਸ਼ਵਰ ਦੀ ਪ੍ਰਾਰਥਨਾ ਕਹਿੰਦੇ ਹਨ, ਉਹ ਉਹਨਾਂ ਨੂੰ ਪ੍ਰਾਰਥਨਾ ਕਰਨ ਲਈ ਆਖਦੇ ਹਨ। ਜਿਸ ਤਰ੍ਹਾਂ ਅਸੀਂ ਆਪਣੇ ਅਪਰਾਧੀਆਂ ਨੂੰ ਮਾਫ ਕੀਤਾ ਹੈ, ਉਵੇਂ ਹੀ ਤੂੰ ਵੀ ਸਾਡੇ ਪਾਪਾਂ ਨੂੰ ਮਾਫ ਕਰ। ਯਕੀਨ ਜਾਣੋ, ਕਿਸੇ ਨੂੰ ਮਾਫ ਕਰਨਾ ਸਭ ਤੋਂ ਔਖਾ ਕੰਮ ਹੈ ਜੋ ਅਸੀਂ ਕਰ ਸਕਦੇ ਹਾਂ, ਪਰ ਸੱਚ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ। ਮੇਰਾ ਨਾਂ ਪ੍ਰੀਤੀ ਐਮੈਨੂਅਲ ਹੈ ਤੇ ਮੈਂ 1994 ਚ ਨਰਸੰਹਾਰ ਚ ਤੁਸਤੀ ਦੇ ਖਿਲਾਫ ਸੀ। ਮੈਂ ਕਈ ਤੁਸਤੀ ਦੀ ਹੱਤਿਆ ਕੀਤੀ ਸੀ। ਬੁਰੀ ਅਗਵਾਈ ਦੇ ਆਦੇਸ਼ਾਂ ਦੇ ਅਧੀਨ ਹੋਰ 6 ਸਾਲ ਜੇਲ੍ਹ 'ਚ ਗੁਜ਼ਾਰੇ ਅਤੇ 4 ਸਾਲ ਕੌਮ ਦੀ ਸੇਵਾ ਕੀਤੀ। ਜੇਲ੍ਹ 'ਚ ਰਹਿੰਦਿਆਂ ਹੋਇਆਂ ਮੇਰੇ ਸਾਥੀ ਕੈਦੀਆਂ ਨੇ ਮੈਨੂੰ ਐਲਫਾ ਕਰਨ ਦੇ ਲਈ ਸੱਦਾ ਦਿੱਤਾ। ਮੈਂ ਉੱਥੇ ਗਿਆ, ਪਰ ਜੁੜਨ 'ਚ ਔਖਤ ਹੋਈ। ਮੈਨੂੰ ਲੱਗਿਆ ਕਿ ਮੈਨੂੰ ਸੱਚ ਦੱਸਣਾ ਹੋਵੇਗਾ ਕਿ ਮੈਂ ਕੀ ਕੀਤਾ ਹੈ।
ਅਤੇ ਮਾਫੀ ਮੰਗਣ ਦੇ ਲਈ ਇੱਕ ਚਿੱਠੀ ਲਿਖੀ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਦੀ ਮੈਂ ਹੱਤਿਆ ਕੀਤੀ ਸੀ। ਜੇਲ੍ਹ ਤੋਂ ਨਿਕਲਣ ਦੇ ਬਾਅਦ ਜੀਵਨ ਬਿਤਾਉਣਾ ਬਹੁਤ ਔਖਾ ਸੀ। ਮੈਨੂੰ ਮੇਰੀ ਜਨਾਨੀ ਮਿਲੀ 2 ਬੱਚਿਆਂ ਦੇ ਨਾਲ, ਪਰ ਉਹ ਮੇਰੇ ਨਾਲ ਨਹੀਂ ਸੀ ਤੇ ਮੈਨੂੰ ਕਈ ਔਖੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਪਰ ਮੈਂ ਨਹੀਂ ਜਾਣਦਾ ਸੀ ਕਿ ਮੈਂ ਨਰਸੰਹਾਰ ਦੇ ਬਚੇ ਹੋਏ ਲੋਕਾਂ ਦੇ ਨਾਲ ਮੈਂ ਜ਼ਿੰਦਗੀ ਕਿਵੇਂ ਬਤੀਤ ਕਰਾਂਗਾ। ਮੇਰਾ ਹਿਰਦਾ ਗਹਿਰੇ ਦਰਦ ਦੇ ਨਾਲ ਭਰ ਗਿਆ ਸੀ, ਇਕੱਲੇਪਣ ਤੇ ਭੈ ਦੇ ਨਾਲ। ਮੈਂ ਜੇਲ੍ਹ 'ਚ ਅਲਫਾ ਨਾਲ ਪ੍ਰੋਤਸਾਹਿਤ ਹੋਇਆ ਸੀ, ਤਾਂ ਫਿਰ ਮੈਂ ਅਲਫਾ ਕਰਨ ਦਾ ਨਿਸ਼ਚਾ ਕੀਤਾ। ਮੈਂ ਸਿੱਖਿਆ ਕਿ ਯਿਸੂ ਖਿਮਾ ਕਰਦੇ ਹਨ ਤੇ ਉਹਨਾਂ ਦੇ ਪ੍ਰੇਮ ਨੂੰ ਮਹਿਸੂਸ ਕੀਤਾ ਜੋ ਮੈਂ ਪਹਿਲਾਂ ਨਹੀਂ ਜਾਣਦਾ ਸੀ। ਇੱਕ ਲੋਕਲ ਪਾਦਰੀ ਦੀ ਮਦਦ ਦੇ ਨਾਲ ਮੈਂ ਵਿੰਸੈਂਟ ਨੂੰ ਲੱਭਣ ਗਿਆ, ਜਿਸ ਦੀ ਮਾਂ ਤੇ ਦਾਦੀ ਨੂੰ ਮੈਂ ਮਾਰ ਦਿੱਤਾ ਸੀ, ਖਿਮਾ ਮੰਗਣ ਦੇ ਲਈ। ਮੈਂ ਹੁਣ ਇੱਕ ਪਿੰਡ 'ਚ ਰਹਿੰਦਾ ਹਾਂ ਜੋ ਹੱਤਿਆ ਕਾਂਡ ਦੇ ਬਚੇ ਲੋਕਾਂ ਅਤੇ ਅਪਰਾਧੀਆਂ ਦੇ ਲਈ ਬਣਾਇਆ ਗਿਆ ਸੀ। ਵਿੰਸੈਂਟ ਉਸੇ ਪਿੰਡ 'ਚ ਰਹਿੰਦਾ ਹੈ। ਸਾਡੀ ਦੋਸਤੀ ਹੋ ਗਈ ਹੈ। ਹੁਣ ਮੈਨੂੰ ਸ਼ਾਂਤੀ ਮਿਲੀ ਹੈ ਜੋ ਮੈਨੂੰ ਪਹਿਲਾਂ ਕਦੇ ਨਹੀਂ ਸੀ ਮਿਲੀ। ਦਿਨ ਪ੍ਰਤੀ ਦਿਨ ਜੀਵਨ ਇੱਕ ਚੁਣੌਤੀ ਬਣਿਆ ਹੋਇਆ ਸੀ, ਪਰ ਮੈਨੂੰ ਖਿਮਾ ਤੇ ਚੰਗਿਆਈ ਦੀ ਪ੍ਰਾਪਤੀ ਹੋ ਗਈ ਸੀ ਜੋ ਮੈਂ ਕੀਤਾ ਸੀ, ਤੇ ਹੁਣ ਮੇਰੇ ਮਨ ਵਿੱਚ ਸਿਰਫ ਪਿਆਰ, ਪ੍ਰੇਮ ਤੇ ਸ਼ਾਂਤੀ ਹੀ ਸ਼ਾਂਤੀ ਹੈ। ਰਸੂਲ ਪੌਲ ਲਿਖਦੇ ਨੇ, ਬੁਰਾਈ ਤੋਂ ਨਾ ਹਾਰੋ ਪਰ ਭਲਾਈ ਨਾਲ ਬੁਰਾਈ ਨੂੰ ਜਿੱਤ ਲਓ। ਸਿਰਫ ਇਹ ਨਾ ਕਹੋ ਕਿ ਮੈਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ, ਇੱਕ ਮਹਾਨ ਇੱਛਾ ਨਹੀਂ ਹੈ। ਕੁਝ ਚੰਗਾ ਕਰਨ ਦੇ ਬਾਰੇ 'ਚ ਕੀ? ਸਾਡੇ ਸੰਸਾਰ 'ਚ ਬਹੁਤ ਜ਼ਿਆਦਾ ਧਰਮ ਹੈ ਤੇ ਬਹੁਤ ਵੱਧ ਕੀਤਾ ਜਾ ਸਕਦਾ ਹੈ ਜਦ ਅਸੀਂ ਬੁਰਾਈ ਨੂੰ ਚੰਗਿਆਈ ਦੇ ਨਾਲ ਜਿੱਤਦੇ ਹਾਂ। ਵੇਖੋ, ਬਾਕੀ ਲੋਕਾਂ ਨੇ ਅਤੀਤ 'ਚ ਕੀ ਕੀਤਾ ਸੀ। ਯੀਸ਼ੂ ਦੀ ਮਿਸਾਲ ਤੋਂ ਪ੍ਰਭਾਵਿਤ ਹੋ ਕੇ ਵੇਖੋ ਕਿਵੇਂ ਸ਼ਾਫਟਸਬਰੀ ਨੇ 19ਵੀਂ ਸਦੀ 'ਚ ਆਪਣੇ ਰਾਜ ਦੀ ਪੂਰੀ ਸਮਾਜਿਕ ਸਥਿਤੀ ਨੂੰ ਬਦਲਿਆ। ਵਿਲਬਰਫੋਰਸ ਨੂੰ ਵੇਖੋ ਕਿਵੇਂ ਉਹਨੇ ਗੁਲਾਮੀ ਦਾ ਖਾਤਮਾ ਕਰਨ ਦੇ ਲਈ ਅਗਵਾਈ ਕੀਤੀ। ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਵੇਖੋ ਕਿਵੇਂ ਉਹਨਾਂ ਨੇ ਉੱਤਰੀ ਅਮਰੀਕਾ 'ਚ ਗੋਰੇ ਤੇ ਕਾਲੇ ਦੇ ਭੇਦਭਾਵ ਦਾ ਖਾਤਮਾ ਕਰਨ ਦੇ ਲਈ ਯੁੱਧ ਕੀਤਾ। ਮਦਰ ਟੈਰੇਜ਼ਾ ਨੂੰ ਵੇਖੋ ਜਿਨ੍ਹਾਂ ਨੇ ਕਈ ਜੀਵਨਾਂ ਨੂੰ ਬਦਲਣ ਦੇ ਲਈ ਖੁਦ ਨੂੰ ਸੌਂਪ ਦਿੱਤਾ, ਜੀ ਜਾਨ ਨਾਲ ਲਾਚਾਰਾਂ ਦੀ ਸੇਵਾ ਕੀਤੀ। ਇਹ ਸਿਰਫ ਇਤਿਹਾਸ ਦੇ ਮਹਾਨ ਹੀਰੋਜ਼ ਦੇ ਲਈ ਨਹੀਂ ਹੈ, ਸਗੋਂ ਇਹ ਤੁਹਾਡੇ ਲਈ ਹੈ। ਤੁਹਾਡਾ ਜੀਵਨ ਇੱਕ ਸੱਚਮੁੱਚ ਦਾ ਅੰਤਰ ਲਿਆ ਸਕਦਾ ਹੈ। ਤੁਹਾਡੇ ਜੀਵਨ ਦਾ ਇੱਕ ਮਕਸਦ ਹੈ। ਤੁਸੀਂ ਜੀਵਨਾਂ ਦੇ ਬਦਲਾਅ ਦੀ ਇੱਕ ਛਾਪ ਛੱਡ ਸਕਦੇ ਹੋ। ਬੁਰਾਈ ਤੋਂ ਹਾਰੋ ਨਾ, ਸਗੋਂ ਭਲਾਈ ਨਾਲ ਬੁਰਾਈ ਨੂੰ ਜਿੱਤ ਲਓ, ਯੀਸ਼ੂ ਦੇ ਨਾਮ 'ਚ।